ਬੱਚਿਆਂ ਨੇ ਮੈਨੂੰ ਕੰਟੈਕਟ ਕੀਤਾ ਕਿ ਸਾਡੇ ਦਾਦੇ ਪਰਦਾਦੇ ਦੀ ਉੱਥੇ ਜ਼ਮੀਨ ਹੈ। ਸੋ ਪੇਪਰ ਤੋਂ ਲੈ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਨਾਮ ਕਰਾਉਣੀਆਂ, ਜੇ ਉਹ ਪ੍ਰਾਪਰਟੀਆਂ ਜੁਆਇੰਟ ਹੈ ਉਹਨਾਂ ਨੂੰ ਪਾਰਟੀਸ਼ਨ ਕਰਾਉਣਾ, ਜੇ ਉਹਨਾਂ ਤੇ ਕੋਈ ਡਿਸਪਿਊਟ ਹੈ ਉਹਨੂੰ ਸੋਲਵ ਕਰਨਾ, ਇੱਕ A to Z ਸਾਰੀਆਂ ਸਰਵਿਸਿਜ਼ ਲੈਂਡ ਔਰ ਪ੍ਰਾਪਰਟੀ ਰਿਲੇਟਡ ਅਸੀਂ ਕੀਤੀਆਂ ਨੇ ਔਰ ਹਜ਼ਾਰਾਂ ਲੋਕਾਂ ਦੀਆਂ ਸੋਲਵ ਕੀਤੀਆਂ। ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਹੁਣ ਪੈਸੇ ਦੀ ਕੀ ਵੈਲਿਊ ਹੈ? ਤੇ ਮੈਨੂੰ ਲੱਗਦਾ ਤੁਸੀਂ ਜਦੋਂ ਬਾਰ-ਬਾਰ ਕਦੇ ਯੂਕੇ 'ਚ ਜਾਂਦੇ ਹੋ, ਕਦੇ ਕੈਨੇਡਾ ਆਉਂਦੇ ਹੋ, ਤਾਂ ਕਦੇ ਆਸਟ੍ਰੇਲੀਆ ਵਿੱਚ ਗਏ ਹੋਗੇ, ਤੁਸੀਂ ਇੱਥੋਂ ਦੀ ਜ਼ਿੰਦਗੀ ਬਾਰੇ, ਇੱਥੋਂ ਦੇ ਲੋਕਾਂ ਬਾਰੇ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ, ਕੀ ਪਰਸੈਪਸ਼ਨ ਹੁੰਦੀ ਤੁਹਾਡੇ ਮਨ ਦੇ ਵਿੱਚ? ਕਿਵੇਂ ਸਮਝਦੇ ਹੋ ਇੱਥੋਂ ਦੇ ਲੋਕਾਂ? ਮੈਨੂੰ ਲੱਗਦਾ ਹੈ ਕਿ ਲੋਕ ਜਦੋਂ ਉੱਥੋਂ ਆਉਂਦੇ ਨੇ ਉਹ ਬਹੁਤ ਜਲਦੀ ਚਾਹੁੰਦੇ ਨੇ ਔਰ ਵਿਸ਼ਵਾਸ ਜਲਦੀ ਕਰ ਲੈਂਦੇ ਨੇ, ਬਿਕੋਜ਼ ਉਹਨਾਂ ਨੂੰ ਕਾਹਲੀ ਹੁੰਦੀ ਹੈ ਇੱਥੇ ਆਉਣ ਦੀ, ਤੇ ਆਪ ਹੀ ਕਈ ਵਾਰੀ ਇਹਨਾਂ ਦੇ ਰਿਸਪੌਂਸਿਬਲ ਹੁੰਦੇ ਨੇ। ਹਮੇਸ਼ਾ ਸਭ ਤੋਂ ਪਹਿਲਾਂ ਇਹੀ ਕਹਿੰਦੀ ਆ ਕਿ ਜੋ ਵੀ ਤੁਹਾਡੀ ਪ੍ਰਾਪਰਟੀ ਨੂੰ ਆਕਿਊਪਾਈ ਕਰੇਗਾ ਉਹਦੇ ਨਾਲ ਕਲੀਅਰ ਕੱਟ ਐਗਰੀਮੈਂਟਸ ਕਰੋ। ਦੇਖੋ 4 ਤਰੀਕੇ ਦੇ ਲੋਕ ਘਰ 'ਚ ਰਹਿ ਸਕਦੇ। ਤੁਹਾਡਾ ਘਰ ਹੈ, ਤੁਸੀਂ ਆਪ ਰਹੋ। ਤੁਹਾਡਾ ਘਰ ਹੈ, ਕਿਰਾਏਦਾਰ ਰਹੋ, ਕਿਰਾਏਦਾਰ ਨਾਲ ਫਿਰ ਪ੍ਰੋਪਰ ਕਿਰਾਇਆਨਾਮਾ ਕਰੋ। ਤੀਸਰੀ ਗੱਲ ਇਹ ਹੈ ਕਿ ਤੁਸੀਂ ਕਿਸੇ ਨੂੰ ਉੱਥੇ ਕੇਅਰ ਟੇਕਰ ਬਿਠਾਇਆ ਤੇ ਉਹਦੇ ਨਾਲ ਕਿਰਾਇਆਨਾਮਾ ਨਹੀਂ, ਇੱਕ ਲਾਇਸੈਂਸ ਐਗਰੀਮੈਂਟ, ਉਹ ਲਾਇਸੈਂਸੀ ਹੈ। ਮੈਂ ਚੀਜ਼ ਵੇਚ ਆਈ ਹਾਂ, ਮੇਰੀ 30 ਲੱਖ ਦੀ ਸੀ, ਮੈਂ 40 ਲੱਖ ਦੀ ਵੇਚੀ, ਮੈਂ ਉਹਨੂੰ ਆਪਣੇ ਆਪ ਪਤਾ ਦਿਸ ਵੀ ਦੈਟ ਮੈਂ ਮਨੀ ਲੈ ਆਂਦਾ, ਫਿਰ ਤਰੀਕੇ ਨੇ ਉਹ ਹੋ ਜਾਂਦਾ ਟਰੈਕ। ਬਿਲਕੁਲ ਬਿਲਕੁਲ ਟਰੈਕ ਹੋ ਜਾਂਦਾ ਹੈ। ਉਹ ਤਾਂ ਬਿਲਕੁਲ ਫੈਮਾ ਦੀ ਵਾਇਓਲੇਸ਼ਨ ਹੈ। ਕੋਈ ਤੁਹਾਡੇ ਤੇ ਕੋਈ ਅਤਿਆਚਾਰ ਨਹੀਂ ਕਰ ਸਕਦਾ। ਅਤਿਆਚਾਰ ਉਹ ਇਸ ਲਈ ਕਰਦੇ ਹੈ ਕਿ ਅਸੀਂ ਇਮੋਸ਼ਨਲ ਹੈ, ਵਿਮਨ ਇਮੋਸ਼ਨਲ ਹੈ ਔਰ ਵਿਮਨ ਉਹਨਾਂ ਨੂੰ ਜਵਾਬ ਨਹੀਂ ਦਿੰਦੀ ਕਿਉਂਕਿ ਉਹ ਘਰ ਨਹੀਂ ਤੋੜਨਾ ਚਾਹੁੰਦੀ। ਮੈਂ ਨਹੀਂ ਕਹਿੰਦੀ ਕਿ ਕੋਈ ਗਲਤ ਛੋਟੇ ਕੱਪੜੇ ਪਾਣਾ ਗਲਤ ਹੈ ਜਾਂ ਕੋਈ ਉਹ ਗਲਤ ਹੈ, ਲੇਕਿਨ ਇੱਕ ਲਾਈਨ ਹੁੰਦੀ ਹੈ, ਇੱਕ ਫਾਈਨ ਲਾਈਨ ਹੁੰਦੀ, ਉਹਨੂੰ ਨਹੀਂ ਆਪਾਂ ਕ੍ਰਾਸ ਕਰਾਂ ਜਸਟ ਬਿਕੋਜ਼ ਅਸੀਂ ਆਜ਼ਾਦ। ਸ਼ਰਾਬ ਪੀਣਾ ਆਦਮੀਆਂ ਲਈ ਵੀ ਗਲਤ ਹੈ, ਔਰਤਾਂ ਲਈ ਵੀ ਗਲਤ ਹੈ। ਤਾਂ ਉਹਦੇ 'ਚ ਇੰਪਾਵਰਮੈਂਟ ਦੀ ਕੋਈ ਅਗਰ ਕੋਈ ਬਹੁਤ ਜ਼ਿਆਦਾ ਆਦਮੀ ਵੀ ਸ਼ਰਾਬ ਪੀਂਦਾ ਉਹਨੂੰ ਵੀ ਉਹੀ ਰਿਐਕਸ਼ਨ ਹੈ। ਸੋ ਉਹੀ ਅਗੇਨ ਆ ਜਾਂਦੀ ਹੈ ਕਿ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੈ ਮਰਦਾਂ ਨਾਲ। ਲੇਕਿਨ ਆਪਣੇ ਮਾਈਂਡ 'ਚ ਜੋ ਤੁਹਾਡਾ ਪਰਪਸ ਹੈ, ਜੋ ਤੁਹਾਡਾ ਦਿਲ ਹੈ, ਜੋ ਤੁਹਾਡੀ ਚਾਹ ਹੈ, ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਚਾਹੁੰਦੇ ਹੋ ਔਰ ਉਹਨੂੰ ਬਣਾ ਰਹੇ ਹੋ, ਉਹਨੂੰ ਇੰਪਾਵਰ ਦੋਨੋਂ ਜਣੇ ਘਰ ਮਨਾਉਂਦੇ ਨੇ। ਸਿਰਫ ਇਹਦਾ ਮਤਲਬ ਇਹ ਹੈ ਕਿ ਆਦਮੀ ਜੋ ਮਰਜ਼ੀ ਕਰੇ ਔਰ ਔਰਤ ਅਗਰ ਨਹੀਂ ਸਹਿ ਰਹੀ ਤੇ ਉਹ ਔਰਤ ਘਰ ਤੋੜ ਰਹੀ ਹੈ, ਇਹ ਗਲਤ ਹੈ। ਜੇ ਤੁਸੀਂ ਆਪਣੇ ਬੇਟਿਆਂ ਨੂੰ ਨਹੀਂ ਸਿਖਾਇਆ ਕਿ ਔਰਤਾਂ ਦੀ ਕਿੱਦਾਂ ਇੱਜ਼ਤ ਕਰਨੀ ਚਾਹੀਦੀ ਹੈ, ਜਾਂ ਤੁਸੀਂ ਉਹਨੂੰ ਰਾਈਟ ਅਪਬ੍ਰਿੰਗਿੰਗ ਨਹੀਂ ਦਿੱਤੀ, ਤੇ ਫਿਰ ਤੁਸੀਂ ਸੋਚ ਲਓ ਕਿ ਉਹਦੀ ਲਾਈਫ 'ਚ ਅੱਗੇ ਪ੍ਰੋਬਲਮ ਆਏਗੀ। ਅਗਰ ਤੁਹਾਡਾ ਪੁੱਤਰ ਗਲਤ ਹੈ ਔਰ ਤੁਸੀਂ ਉਹਨੂੰ ਗਲਤ ਨਹੀਂ ਕਹਿ ਰਹੇ ਤੇ ਤੁਸੀਂ ਉਹਦਾ ਮੋਹ ਕਰ ਰਹੇ ਹੋ, ਤੇ ਮੋਹ ਦਾ ਇੰਜਾਮ ਤਾਂ ਜੋ ਹੁੰਦਾ ਹੈ ਉਹਨੂੰ ਸਹਿਣਾ। ਬੱਚਿਆਂ ਨੇ ਮੈਨੂੰ ਕੰਟੈਕਟ ਕੀਤਾ ਕਿ ਸਾਡੇ ਦਾਦੇ ਪਰਦਾਦੇ ਦੀ ਉੱਥੇ ਜ਼ਮੀਨ ਹੈ। ਸੋ ਪੇਪਰ ਤੋਂ ਲੈ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਨਾਮ ਕਰਾਉਣੀਆਂ, ਜੇ ਉਹ ਪ੍ਰਾਪਰਟੀ ਜੁਆਇੰਟ ਹੈ ਉਹਨਾਂ ਨੂੰ ਪਾਰਟੀਸ਼ਨ ਕਰਾਉਣਾ, ਜੇ ਉਹਨਾਂ ਤੇ ਕੋਈ ਡਿਸਪਿਊਟ ਹੈ ਉਹਨੂੰ ਸੋਲਵ ਕਰਨਾ, ਇੱਕ A to Z ਸਾਰੀਆਂ ਸਰਵਿਸਿਜ਼ ਲੈਂਡ ਔਰ ਪ੍ਰਾਪਰਟੀ ਰਿਲੇਟਡ ਅਸੀਂ ਕੀਤੀਆਂ ਨੇ ਔਰ ਹਜ਼ਾਰਾਂ ਲੋਕਾਂ ਦੀਆਂ ਸੋਲਵ ਕੀਤੀਆਂ। ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਹੁਣ ਪੈਸੇ ਦੀ ਕੀ ਵੈਲਿਊ ਹੈ? ਤੇ ਮੈਨੂੰ ਲੱਗਦਾ ਤੁਸੀਂ ਜਦੋਂ ਬਾਰ-ਬਾਰ ਕਦੇ ਯੂਕੇ 'ਚ ਜਾਂਦੇ ਹੋ, ਕਦੇ ਕੈਨੇਡਾ ਆਉਂਦੇ ਹੋ, ਤਾਂ ਕਦੇ ਆਸਟ੍ਰੇਲੀਆ ਵਿੱਚ ਗਏ ਹੋਗੇ, ਤੁਸੀਂ ਇੱਥੋਂ ਦੀ ਜ਼ਿੰਦਗੀ ਬਾਰੇ, ਇੱਥੋਂ ਦੇ ਲੋਕਾਂ ਬਾਰੇ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ, ਕੀ ਪਰਸੈਪਸ਼ਨ ਹੁੰਦੀ ਤੁਹਾਡੇ ਮਨ ਦੇ ਵਿੱਚ? ਕਿਵੇਂ ਸਮਝਦੇ ਹੋ ਇੱਥੋਂ ਦੇ ਲੋਕਾਂ? ਮੈਨੂੰ ਲੱਗਦਾ ਹੈ ਕਿ ਲੋਕ ਜਦੋਂ ਉੱਥੋਂ ਆਉਂਦੇ ਨੇ ਉਹ ਬਹੁਤ ਜਲਦੀ ਚਾਹੁੰਦੇ ਨੇ ਔਰ ਵਿਸ਼ਵਾਸ ਜਲਦੀ ਕਰ ਲੈਂਦੇ ਨੇ, ਬਿਕੋਜ਼ ਉਹਨਾਂ ਨੂੰ ਕਾਹਲੀ ਹੁੰਦੀ ਹੈ ਇੱਥੇ ਆਉਣ ਦੀ, ਤੇ ਆਪ ਹੀ ਕਈ ਵਾਰੀ ਇਹਨਾਂ ਦੇ ਰਿਸਪੌਂਸਿਬਲ ਹੁੰਦੇ ਨੇ। ਹਮੇਸ਼ਾ ਸਭ ਤੋਂ ਪਹਿਲਾਂ ਇਹੀ ਕਹਿੰਦੀ ਆ ਕਿ ਜੋ ਵੀ ਤੁਹਾਡੀ ਪ੍ਰਾਪਰਟੀ ਨੂੰ ਆਕਿਊਪਾਈ ਕਰੇਗਾ ਉਹਦੇ ਨਾਲ ਕਲੀਅਰ ਕੱਟ ਐਗਰੀਮੈਂਟਸ ਕਰੋ। ਦੇਖੋ 4 ਤਰੀਕੇ ਦੇ ਲੋਕ ਘਰ 'ਚ ਰਹਿ ਸਕਦੇ। ਤੁਹਾਡਾ ਘਰ ਹੈ, ਤੁਸੀਂ ਆਪ ਰਹੋ। ਤੁਹਾਡਾ ਘਰ ਹੈ, ਕਿਰਾਏਦਾਰ ਰਹੋ, ਕਿਰਾਏਦਾਰ ਨਾਲ ਫਿਰ ਪ੍ਰੋਪਰ ਕਿਰਾਇਆਨਾਮਾ ਕਰੋ। ਤੀਸਰੀ ਗੱਲ ਇਹ ਹੈ ਕਿ ਤੁਸੀਂ ਕਿਸੇ ਨੂੰ ਉੱਥੇ ਕੇਅਰ ਟੇਕਰ ਬਿਠਾਇਆ ਤੇ ਉਹਦੇ ਨਾਲ ਕਿਰਾਇਆਨਾਮਾ ਨਹੀਂ, ਇੱਕ ਲਾਇਸੈਂਸ ਐਗਰੀਮੈਂਟ, ਉਹ ਲਾਇਸੈਂਸੀ ਹੈ। ਮੈਂ ਚੀਜ਼ ਵੇਚ ਆਈ ਹਾਂ, ਮੇਰੀ 30 ਲੱਖ ਦੀ ਸੀ, ਮੈਂ 40 ਲੱਖ ਦੀ ਵੇਚੀ, ਮੈਂ ਉਹਨੂੰ ਆਪਣੇ ਆਪ ਪਤਾ ਦਿਸ ਵੀ ਦੈਟ ਮੈਂ ਮਨੀ ਲੈ ਆਂਦਾ, ਫਿਰ ਤਰੀਕੇ ਨੇ ਉਹ ਹੋ ਜਾਂਦਾ ਟਰੈਕ। ਬਿਲਕੁਲ ਟਰੈਕ ਹੋ ਜਾਂਦਾ ਹੈ। ਉਹ ਤਾਂ ਬਿਲਕੁਲ ਫੈਮਾ ਦੀ ਵਾਇਓਲੇਸ਼ਨ ਹੈ। ਕੋਈ ਤੁਹਾਡੇ ਤੇ ਕੋਈ ਅਤਿਆਚਾਰ ਨਹੀਂ ਕਰ ਸਕਦਾ। ਅਤਿਆਚਾਰ ਉਹ ਇਸ ਲਈ ਕਰਦੇ ਹੈ ਕਿ ਅਸੀਂ ਇਮੋਸ਼ਨਲ ਹੈ, ਵਿਮਨ ਇਮੋਸ਼ਨਲ ਹੈ ਔਰ ਵਿਮਨ ਉਹਨਾਂ ਨੂੰ ਜਵਾਬ ਨਹੀਂ ਦਿੰਦੀ ਕਿਉਂਕਿ ਉਹ ਘਰ ਨਹੀਂ ਤੋੜਨਾ ਚਾਹੁੰਦੀ। ਮੈਂ ਨਹੀਂ ਕਹਿੰਦੀ ਕਿ ਕੋਈ ਗਲਤ ਛੋਟੇ ਕੱਪੜੇ ਪਾਣਾ ਗਲਤ ਹੈ ਜਾਂ ਕੋਈ ਉਹ ਗਲਤ ਹੈ, ਲੇਕਿਨ ਇੱਕ ਲਾਈਨ ਹੁੰਦੀ ਹੈ, ਇੱਕ ਫਾਈਨ ਲਾਈਨ ਹੁੰਦੀ ਹੈ, ਉਹਨੂੰ ਨਹੀਂ ਆਪਾਂ ਕ੍ਰਾਸ ਕਰਾਂ ਜਸਟ ਬਿਕੋਜ਼ ਅਸੀਂ ਆਜ਼ਾਦ। ਸ਼ਰਾਬ ਪੀਣਾ ਆਦਮੀਆਂ ਲਈ ਵੀ ਗਲਤ ਹੈ, ਔਰਤਾਂ ਲਈ ਵੀ ਗਲਤ ਹੈ। ਤਾਂ ਉਹਦੇ 'ਚ ਇੰਪਾਵਰਮੈਂਟ ਦੀ ਕੋਈ
अगर कोई बहुत ज़्यादा आदमी भी शराब पींदा उन्होंने भी वही रिएक्शन है। सो वही अगेन आ जाती है कि साडा कोई कंपटीशन नहीं है मर्दां नाल। लेकिन अपने माइंड च जो तुहाडा पर्पस है, जो तुहाडा दिल है, जो तुहाडी चाह है, जिद्दां तुसीं अपनी जिंदगी नूं बनाना चाहते हो और उन्होंने बना रहे हो, उन्होंने एम्पावर दोनों जने घर मनाते हैं। सिर्फ इसका मतलब यह है कि आदमी जो मर्जी करे और औरत अगर नहीं सह रही तो औरत घर तोड़ रही है, ये गलत है। जे तुसीं अपने बेटियां नूं नहीं सिखाया कि औरतां दी किद्दां इज्जत करनी चाहिदी है, या तुसीं उन्होंने राइट अपब्रिंगिंग नहीं दिती, तो फिर तुसीं सोच लो कि उहदी लाइफ च अगे प्रॉब्लम आएगी। अगर तुहाडा पुत्तर गलत है और तुसीं उहनूं गलत नहीं कह रहे ते तुसीं उहदा मोह कर रहे हो, ते मोह दा अंजाम तां जो हुंदा है ओह सहना। पंजाबी नैशनल टीवी देख रहे सारे दर्शकों का प्रोग्राम गलबात विच गुरचरण थिंद वालों बहुत बहुत स्वागत। सारिਆਂ ਨੂੰ प्यार भरी सत श्री अकाल, नमस्कार ते आदाब। प्रोग्राम गलबात दे विच अज साडे नाल बहुत विशेष मेहमान शामिल होण जा रहे ने, जिहड़े कि बहुत ही मैं तो कहांगी कि विषय के उपर अपने विचार साडे नाल सांझे करनगे। सो सब तो पहला मैं उन्हां दा स्वागत करदी हां ते फिर असीं गलबात नूं अगे वधावांगे। निधि जी, तुहाडा प्रोग्राम गलबात दे विच बहुत बहुत स्वागत है। थैंक यू सो मच गुरचरण जी, तुसीं टाइम कढिया और अपने स्टूडियो इत्थे पंजाब नैशनल टीवी दे सानू बुलाया, इहदा मैं बहुत बहुत थैंक यू करदी हां। बिल्कुल जी, साडा पंजाबी नैशनल टीवी है ते वक्त साडे कोल तां वक्त ही वक्त हुंदा, वक्त तां तुहाडा कीमती है क्योंकि तुसीं इन्नी दूरों मंजिला मार के साडी कैलगरी दे विच आए हो ते बहुत ही वधिया सेवावां जिहड़ियां ने ओह साडे इत्थे लोकां नूं दे रहे हो। मैं अपने दर्शकों नूं दस देवां कि निधि सिंह जिहड़े ने इह साडे कोल इंडिया तो आए ने, चंडीगढ़ तो आए ने। तो तुसीं कहना भी ये किहड़ी हैरानी दी गल है, असीं तां जलंधर बैठे 100 वारी इन्हां दे बारे सुणिया होना, पर साडे लई इह बड़ी एक खुशकिस्मती वाली गल है कि निधि सिंह मोहाली तो चंडीगढ़ तो साडे कोल इत्थे लीगल सर्विसेज प्रदान करन वास्ते पहुंचे ने। सो मैं इस तो पहला कि मैं बहुती गल करां, निधि सिंह जी मैं तुहाडे कोल जानना चाहुंदी हां कि तुसीं इत्थे जिहड़ा मिशन लैके आए हो जां जिस भी काम लई आए हो वो की काम है ते किस प्रकार दीयां सर्विसेज जिहड़ियां ने ओह तुसीं प्रदान करदे हो, की तुहाडीयां जिहड़ियां सर्विसेज NRIs वास्ते ने? गुरचरण जी, जिहड़ी मैं कंपनी रिप्रेजेंट कर रही हां, ये पिछले 22 सालों तो NRI लीगल सर्विसेज के नाम तो जानी जाती है जी। और ये एक UK बेस्ड कंपनी है, एक लीगल मैनेजमेंट फर्म है और जिन्ना भी साडे पर्सनस ऑफ इंडियन ओरिजिन जिथे जिथे भी वर्ल्ड च सैटल्ड ने, उन्हां नूं इंडिया तो लीगल सर्विसेज उन्हां दे बिना इंडिया जाए उन्हां दे जमीन जायदाद दे मसले हल कर दिए। और पिछले 22 साल तो कई जगह साडे ऑफिसेज ने, जिद्दां इंग्लैंड च, यूनाइटेड किंगडम च साडे बहुत सारे ऑफिसेज ने, हुण कैनेडा च असीं 3 ऑफिसेज खोले ने, टोरंटो, कैलगरी, थोड़े कैलगरी हुण असीं आ गए हैं, ते वैनकूवर च भी ऑफिसेज ने। और मकसद सिर्फ यही है कि बहुत सारे लोग इत्थे आके पिछे दे मसले हल नहीं कर सकते। सो ये UK बेस्ड कंपनी है NRI लीगल सर्विसेज, और इंडिया दी एक लॉ फर्म दी सारियां सर्विसेज ये सारे NRIs नूं प्रदान करदी है। मतलब कि इंडिया तुहाडी लॉ फर्म है? हाँ जी, राइट। ते तुसीं इहदा दस्सिया कि UK दी ये हैगी है कंपनी है। हाँ जी। सो पहला मतलब कि UK विच तुसीं दस्सिया कि तुसीं इहदे द फाउंडर डायरैक्टर जिहड़े हैगे NRI लीगल सर्विसेज, मैं फाउंडर। सो इहदा मतलब तुसीं पहले UK च शुरू कीती सी? UK सब तो पहला शुरू की थी। अच्छा। क्योंकि UK च अपने पुराने लोग बहुत सैटल्ड सीगे ते UK च बहुत उन्हां नूं पता नहीं सी, बहुत सालां दा उन्हां ने इंडिया छड्डिया होया सी, ते उत्थे सानू फिर बहुत ज़्यादा क्लाइंट्स दी लोड़ां सीगियां और उत्थों असीं शुरू कीती। एक ऑफिस तो शुरू कीती सी बर्मिंघम तो, हुण उत्थे 4 ऑफिसेज ने। और उत्थे दा ये देखदे होए ये रियलाइज़ कीता कि क्योंकि ऑनलाइन भी लोग सानू बहुत ज़्यादा कॉन्टैक्ट करदे हैं, तो कैनेडा च बहुत लोग साडे नाल जुड़े
ਹਾਲੇ ਕਿ ਇੱਥੇ ਆਫਿਸਿਸ ਸ਼ੁਰੂ ਚ ਨਹੀਂ ਸੀਗੇ, ਬਟ ਫਿਰ ਵੀ ਮੇਰੇ ਖਿਆਲ ਕਲਾਇੰਟਸ ਬਹੁਤ ਜ਼ਿਆਦਾ ਕੈਨੇਡਾ ਤੋਂ ਸਾਨੂੰ ਸੀ। ਉਹੀ ਕਲਾਇੰਟਸ ਨੇ ਸਾਨੂੰ ਇਨਕਰੇਜ ਕੀਤਾ ਕਿ ਸਾਨੂੰ ਹੁਣ ਫਿਜ਼ੀਕਲ ਆਫਿਸਿਸ ਆਲ ਅਕ੍ਰੋਸ ਕੈਨੇਡਾ ਚਾਹੀਦੇ ਨੇ, ਔਰ ਉਸੇ ਸਿਲਸਿਲੇ 'ਚ ਹੁਣ ਅਸੀਂ ਹਾਜ਼ਰ। ਬਿਲਕੁਲ, ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਪੰਜਾਬੀ ਤੇ ਭਾਰਤੀ ਜਿਹੜੇ ਨੇ ਉਹ ਦੂਰ ਦਰਾਡੇ ਦੇ ਦੇਸ਼ਾਂ ਦੇ ਵਿੱਚ ਵਸੇ ਹੋਏ ਨੇ, ਤੇ ਜਦੋਂ ਆਪਾਂ ਦੂਰ ਆਉਂਦੇ ਆ ਤਾਂ ਸਾਡੇ ਪਿੱਛੇ ਜੋ ਕੁਝ ਰਹਿ ਗਿਆ ਹੁੰਦਾ ਉੱਥੇ ਕੁਝ ਨਾ ਕੁਝ ਸਾਡੀਆਂ ਮੁਸ਼ਕਲਾਂ ਤੇ ਕੁਝ ਨਾ ਕੁਝ ਸਾਡੀਆਂ ਔਕੜਾਂ ਰਹਿ ਜਾਂਦੀਆਂ ਨੇ। ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਉੱਥੋਂ ਨਾਲੋਂ ਤੋੜ ਲਈਏ ਪਰ ਤੋੜ ਨਹੀਂ ਸਕਦੇ, ਕਿਉਂਕਿ ਉੱਥੇ ਸਾਡੀ ਜ਼ਮੀਨ ਹੁੰਦੀ ਹੈ, ਸਾਡੇ ਘਰ ਹੁੰਦੇ ਨੇ, ਸਾਡੇ ਰਿਸ਼ਤੇਦਾਰ ਹੁੰਦੇ ਨੇ, ਤੇ ਹੋਰ ਬਹੁਤ ਕਈ ਕੁਛ ਹੁੰਦਾ, ਚਾਹੇ ਉਹ ਸਾਡੇ ਇਮੋਸ਼ਨਸ ਦੇ ਨਾਲ ਜੁੜਿਆ ਹੋਵੇ। ਪਰ ਆਪਾਂ ਜਦੋਂ ਤੁਹਾਡੀ ਗੱਲ ਕਰਦੇ ਆ ਤੇ ਤੁਸੀਂ ਇੱਕ ਵਕੀਲ ਹੋ, ਨੈਚੁਰਲੀ ਜਦੋਂ ਤੁਸੀਂ ਲੀਗਲ ਸਰਵਿਸਿਜ਼ ਦੇ ਰਹੇ ਹੋ ਤੇ ਵਕੀਲ ਹੀ ਹੋਵੋਗੇ। ਸੋ ਤੁਸੀਂ ਇੱਕ ਵਕੀਲ ਹੋਣ ਦੇ ਨਾਤੇ ਕਿਹੜੀਆਂ ਚੀਜ਼ਾਂ ਵਾਸਤੇ ਸਰਵਿਸਿਜ਼ ਜਿਹੜੀਆਂ ਪ੍ਰਦਾਨ ਕਰਦੇ ਹੋ? ਮੈਂ ਤੇ ਵੈਸੇ ਵੇਖਿਆ ਕਿ ਹੁਣ ਅਸੀਂ ਤਾਂ ਇਮੋਸ਼ਨਲੀ ਵੀ ਜੁੜੇ ਹੁੰਦੇ ਆ, ਹੁਣ ਇਮੋਸ਼ਨਲ ਦੀ ਥੈਰੇਪੀ ਤਾਂ ਨਹੀਂ ਹੁੰਦੀ, ਬਟ ਹੋਰ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਲਈ ਤੁਸੀਂ ਸਰਵਿਸਿਜ਼ ਦਿੰਦੇ ਹੋ? ਨਹੀਂ, ਇਮੋਸ਼ਨ ਦੇ ਕਾਰਨ ਹੀ ਮੇਰਾ ਖਿਆਲ ਜਿਹੜੇ ਇਮੋਸ਼ਨਸ ਹੈ ਉਹ ਹੀ ਤੁਹਾਨੂੰ ਬਾਈਂਡ ਕਰਦੇ ਆ ਆਪਣੇ ਰੂਟਸ ਨਾਲ। ਔਰ NRI ਲੀਗਲ ਸਰਵਿਸਿਜ਼ ਦੀ ਇਹੀ ਇੱਕ ਮਿਸ਼ਨ ਹੈਗਾ ਕਿ ਅਸੀਂ ਕਿਉਂਕਿ ਇੱਥੇ ਆ ਕੇ ਤੁਹਾਨੂੰ ਕਈ ਤਕਲੀਫਾਂ ਪਿੱਛੇ ਦੀਆਂ ਦੇਖਣ ਨੂੰ ਮਿਲਦੀਆਂ ਨੇ, ਕਈ ਆਪਣੇ ਲੋਕ ਹੀ ਤੁਹਾਨੂੰ ਧੋਖਾ ਦੇ ਦਿੰਦੇ ਨੇ, ਜ਼ਮੀਨ ਜਾਇਦਾਦ ਦੇ ਮਸਲੇ ਤੁਹਾਡੇ ਤੋਂ ਸੋਲਵ ਨਹੀਂ ਹੁੰਦੇ, ਕਿਉਂਕਿ 2 ਹਫ਼ਤੇ ਦੇ ਟਾਈਮ 'ਚ ਕੌਣ ਉੱਥੇ ਜਾ ਕੇ ਸੋਲਵ ਕਰੇ। ਸੋ ਕਿਸੇ ਵੀ ਤਰ੍ਹਾਂ ਦਾ ਜ਼ਮੀਨ ਜਾਇਦਾਦ ਦੇ ਮਸਲੇ ਹੋਣ ਉਹ ਅਸੀਂ ਸਾਰੇ ਸੋਲਵ ਕਰਦੇ। ਘਰ ਤੁਹਾਡਾ ਹੈ, ਘਰ ਹੈ, ਜ਼ਮੀਨ ਹੈ। ਆਪਾਂ ਕਈ ਵਾਰ ਇੰਜ ਵੀ ਹੁੰਦਾ ਨਿਧੀ ਜੀ ਕਿ ਅਸੀਂ ਉੱਥੇ ਘਰ ਕਿਰਾਏ ਤੇ ਦਿੱਤਾ ਹੋਇਆ, ਉਹ ਜਿਹੜਾ ਕਿਰਾਏਦਾਰ ਸੀਗਾ ਉਹੀ ਲੈਂਡਲॉर्ड ਟੈਨੈਂਟ ਡਿਸਪਿਊਟਸ, ਹਾਂ ਉਹ ਬੜੇ ਟਾਈਮ ਸਪੈਂਡ। ਗੁਰਚਰਨ ਜੀ, ਮੇਰੇ ਇਸ 22 ਸਾਲਾਂ ਦੀ ਜਰਨੀ 'ਚ ਮੈਂ ਉਹਨਾਂ ਲੋਕਾਂ ਨੂੰ ਵੀ ਸਰਵਿਸਿਜ਼ ਦਿੱਤੀਆਂ ਜਿਨ੍ਹਾਂ ਨੂੰ ਸਿਰਫ ਪਿੰਡ ਦਾ ਨਾਮ ਵੀ ਨਹੀਂ ਪਤਾ ਸੀ, ਉਹਨਾਂ ਦੀਆਂ ਜ਼ਮੀਨਾਂ ਵੀ ਢੂੰਡੀਆਂ, ਕਿਉਂਕਿ ਉਹ ਐਸੀ ਆ ਉਹਨਾਂ ਤੋਂ ਲੈਂਡਮਾਰਕਸ ਲੈ ਕੇ, ਕਈ ਮਦਰ ਫਾਦਰ ਗ੍ਰੈਂਡ ਪੇਰੈਂਟਸ ਨਹੀਂ ਨੇ, ਬੱਚਿਆਂ ਨੇ ਮੈਨੂੰ ਕੰਟੈਕਟ ਕੀਤਾ ਕਿ ਸਾਡੇ ਦਾਦੇ ਪੜਦਾਦੇ ਦੀ ਉੱਥੇ ਜ਼ਮੀਨ ਹੈ। ਸੋ ਪੇਪਰ ਤੋਂ ਲੈ ਕੇ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਨਾਮ ਕਰਾਣੀਆਂ, ਜੇ ਉਹ ਪ੍ਰਾਪਰਟੀਆਂ ਜੁਆਇੰਟ ਹੈ ਉਹਨਾਂ ਨੂੰ ਪਾਰਟੀਸ਼ਨ ਕਰਾਣਾ, ਜੇ ਉਹਨਾਂ ਤੇ ਕੋਈ ਡਿਸਪਿਊਟ ਹੈ ਉਹਨੂੰ ਸੋਲਵ ਕਰਨਾ, ਇੱਕ A to Z ਸਾਰੀਆਂ ਸਰਵਿਸਿਜ਼ ਲੈਂਡ ਔਰ ਪ੍ਰਾਪਰਟੀ ਰਿਲੇਟਡ ਅਸੀਂ ਕੀਤੀਆਂ ਨੇ ਔਰ ਹਜ਼ਾਰਾਂ ਲੋਕਾਂ ਦੀਆਂ ਸੋਲਵ ਕੀਤੀਆਂ ਨੇ। ਫਿਰ ਇੱਕ ਰੀਅਲ ਏਸਟੇਟ ਡਿਵੀਜ਼ਨ ਹੈ ਜਿੱਥੇ ਅਸੀਂ ਬਿਨਾਂ ਉਹਨਾਂ ਦੇ ਇੰਡੀਆ ਜਾਏ, ਕਈ ਬੜੇ ਐਲਡਰਲੀ ਲੋਕ ਨੇ, ਟਰੈਵਲ ਨਹੀਂ ਕਰ ਸਕਦੇ, ਉਹਨਾਂ ਦੇ ਅਸੀਂ ਪ੍ਰਾਪਰਟੀਆਂ ਵੇਚ ਕੇ ਉਹਨਾਂ ਨੂੰ ਪੈਸਾ ਇੱਧਰ ਲਿਆ ਕੇ ਦਿੱਤਾ। ਸੋ ਇਹ ਕੰਮ ਅਸੀਂ ਇੰਡੀਵਿਜੂਅਲ ਕਲਾਇੰਟਸ ਲਈ ਕੀਤੇ, ਲੇਕਿਨ ਇਹ ਤੋਂ ਇਲਾਵਾ ਬਹੁਤ ਸਾਰੇ ਅਸੀਂ ਬਿਜ਼ਨੈਸਿਸ ਨੂੰ ਹੈਲਪ ਕੀਤੀ ਜਿਹੜੇ ਇੰਡੀਆ ਜਾਣਾ ਚਾਹੁੰਦੇ ਸੀ। ਕਾਰਪੋਰੇਟ ਸਰਵਿਸਿਜ਼ ਅਸੀਂ ਦਿੰਦੇ ਆ ਲੋਕਾਂ ਨੂੰ। ਅੱਛਾ, ਬਹੁਤ ਸਾਰੇ ਲੋਕਾਂ ਦਾ ਕੋਵਿਡ ਵਿੱਚ ਉਹ ਨਹੀਂ ਜਾ ਸਕੇ ਤੇ ਬੈਂਕਾਂ 'ਚ ਪੈਸਾ ਫਸ ਗਿਆ, ਅਸੀਂ ਬਹੁਤ ਸਾਰੇ ਲੋਕਾਂ ਦੇ ਬੈਂਕਸ ਤੋਂ ਪੈਸਾ ਕਲੀਅਰ ਕਰਾ ਕੇ ਆਪ ਉਹਨਾਂ ਦੇ ਇੱਥੇ ਦੇ ਬੈਂਕਸ 'ਚ ਟ੍ਰਾਂਸਫਰ ਕੀਤਾ। ਮੈਨੂੰ ਲੱਗਦਾ ਕਿ ਇੱਕ ਡੀਮੋਨੇਟਾਈਜੇਸ਼ਨ ਵੇਲੇ ਵੀ ਸ਼ਾਇਦ ਕੁਝ ਜਿਹੜੇ NRIs ਨੇ ਉਹਨਾਂ ਨੂੰ ਦਿੱਕਤਾਂ ਆਈਆਂ ਹੋਣੀਆਂ, ਬਹੁਤ ਸਾਰੀਆਂ ਆਈਆਂ, ਲੋਕ ਭੱਜੇ, ਪੈਸੇ ਕਈਆਂ ਕੋਲ ਥੋੜਾ ਬਹੁਤ ਕੈਸ਼ ਜਿਹੜਾ ਪਿਆ ਹੁੰਦਾ ਹੈ ਉਹ ਲੈ ਕੇ, ਕਈਆਂ ਦਾ ਖਰਾਬ ਵੀ ਹੋਇਆ, ਕਈਆਂ ਨੇ ਸਾਡੇ ਆਫਿਸਿਸ 'ਚ ਦੇ ਦਿੱਤਾ ਕਿ ਵੀ ਤੁਸੀਂ ਜਾਂਦੇ ਹੋ ਤੇ ਇਹਨੂੰ ਐਕਸਚੇਂਜ ਕਰਵਾ ਲਓ। ਸੋ ਉਹ ਸਾਰਾ ਉਦੋਂ ਵੀ ਬਹੁਤ ਹੈਲਪ ਕੀਤੀ। ਕੋਵਿਡ 'ਚ ਬਹੁਤ ਸਾਰੇ ਲੋਕ ਫਸ ਗਏ ਸੀਗੇ, ਜਾ ਨਹੀਂ ਸਕੇ, ਉਹਨਾਂ ਦੇ ਕਿਰਾਏਨਾਮੇ ਖਤਮ ਹੋ ਗਏ ਸੀ, ਉਹਨਾਂ ਦੇ ਘਰ ਤੇ ਕਬਜ਼ੇ ਹੋ ਰਹੇ ਸੀਗੇ, ਉਹ ਸਾਰੀਆਂ ਪ੍ਰਾਪਰਟੀਆਂ ਉਹਨਾਂ ਪ੍ਰੋਬਲਮਸ ਲਈ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ। ਇਨਫੈਕਟ ਗੁਰਚਰਨ ਜੀ, ਕੋਵਿਡ 'ਚ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਇਹਨਾਂ ਸਰਵਿਸਿਜ਼ ਦੀ ਕਿੰਨੀ ਲੋੜ ਹੈ ਔਰ ਐਕਚੁਅਲੀ ਜੋ ਡਿਸਟੈਂਸ ਹੈ ਅਗਰ ਉਹ ਤੁਸੀਂ ਨਹੀਂ ਜਾ ਸਕੋ ਤੇ ਪਿੱਛੇ ਤੁਹਾਨੂੰ ਬਹੁਤ ਪ੍ਰੋਬਲਮਸ ਆ ਜਾਂਦੀਆਂ। ਮੈਨੂੰ ਪਤਾ ਹੈ NRIs ਦੇ ਨਾਲ ਬਹੁਤ ਸਾਰੇ ਧੋਖੇ ਵੀ ਹੁੰਦੇ ਨੇ। NRIs ਜਿਹੜੇ ਨੇ ਉੱਥੇ ਜਾ ਕੇ ਕਈ ਵਾਰੀ ਇਨਵੈਸਟਮੈਂਟ ਕਰ ਬੈਠਦੇ ਨੇ, ਫਿਰ ਉਹਨਾਂ ਨੂੰ ਉਹਨਾਂ ਤੋਂ ਵੀ ਧੋਖਾ ਖਾਣਾ ਪੈਂਦਾ। ਪਰ ਮੈਂ ਥੋੜਾ ਜਿਹਾ ਪਛਾਣ ਹੋਣੀ, ਤੁਸੀਂ ਕਿਹਾ ਕਿ ਮੈਂ 22 ਸਾਲ ਪਹਿਲਾਂ ਇਹ ਜਿਹੜਾ ਸੀਗਾ NRI ਸਰਵਿਸਿਜ਼ ਦਾ, ਲੀਗਲ ਸਰਵਿਸਿਜ਼ ਦਾ ਕੰਮ ਸ਼ੁਰੂ ਕੀਤਾ। 22 ਸਾਲ ਪਹਿਲਾਂ ਤਾਂ ਕਾਫੀ ਲੰਬਾ ਸਮਾਂ ਪਿਛਾਂ ਦੀ ਗੱਲ ਹੈ, ਇਹ ਗੱਲ ਹੋ ਸਕਦੀ ਹੈ 2000 ਦੇ ਵਿੱਚ। ਤਾਂ ਉਸ ਵੇਲੇ ਅੱਜ ਵਰਗੀ ਜਿਹੜੀ ਟੈਕਨੋਲੋਜੀ ਹੈ ਕਮਿਊਨੀਕੇਸ਼ਨ ਦੀ, ਉਹ ਇੰਨੀ ਜ਼ਿਆਦਾ ਡਿਵੈਲਪ ਨਹੀਂ ਸੀ ਹੈਗੀ। ਤੇ ਤੁਸੀਂ UK ਤੋਂ ਕਿਸ ਢੰਗ ਦੇ ਨਾਲ ਫਿਰ ਕਹਿੰਦੇ ਹਰ ਪ੍ਰਕਾਰ ਦੀ, ਮੈਂ ਤੁਹਾਡਾ ਇੱਕ ਵੇ ਨਹੀਂ ਪੈਸਾ ਸੂਟ ਆਫ ਸਰਵਿਸਿਜ਼, ਟਾਈਟਲ ਸਰਚ, ਪਾਰਟੀਸ਼ਨ ਆਫ ਪ੍ਰਾਪਰਟੀ, ਟ੍ਰਾਂਸਫਰ ਆਫ ਪ੍ਰਾਪਰਟੀ, देयर वर ਸੋ ਮੈਨੀ ਥਿੰਗਸ ਜਿਹੜੇ ਤੁਸੀਂ ਕਰਦੇ ਹੋ। ਸੋ ਉਹ ਫਿਰ ਕਿਵੇਂ ਤੁਹਾਡਾ ਹੁੰਦਾ ਸੀ, ਆਉਣਾ ਜਾਣਾ ਹੁੰਦਾ ਸੀ ਫ੍ਰੀਕੁਐਂਟ? ਕਿਸ ਢੰਗ ਨਾਲ? ਸਭ ਤੋਂ ਪਹਿਲਾਂ ਅਸੀਂ ਵੈਬਸਾਈਟ ਬਣਾਈ ਸੀ ਜੀ ਸਨ 2000 ਚ, NRI ਲੀਗਲ ਸਰਵਿਸਿਜ਼। ਅਗਰ ਤੁਸੀਂ ਉਹਨਾਂ ਦੀ ਹਿਸਟਰੀ ਦੇਖੋ ਤੇ ਸਨ 2000 ਚ ਵੀ ਮੇਡ ਦਿਸ ਵੈਬਸਾਈਟ। 96 ਚ ਇੰਟਰਨੈਟ ਆਇਆ
4 ਸਾਲਾਂ ਬਾਅਦ ਹੀ ਇਹ ਵੈਬਸਾਈਟ ਬਣ ਗਈ ਤੇ ਇਹ ਸਭ ਤੋਂ ਪੁਰਾਣੀਆਂ ਵੈਬਸਾਈਟਸ ਚ ਇੱਕ ਵੈਬਸਾਈਟ ਹੈ। ਦੈਟਸ ਵਾਟ ਆਈ ਐਮ ਸੇਇੰਗ ਕਿ ਇਹ ਕਿਉਂਕਿ ਉਸ ਵੇਲੇ ਕੋਈ ਟੈਕਨੋਲੋਜੀ ਅੱਜ ਵਾਲੀ ਨਹੀਂ ਸੀ ਕਿ ਫੋਨ ਚੱਕਿਆ ਤੇ ਮਿੰਟੋ ਮਿੰਟੀ ਗੱਲ ਹੋ ਗਈ। ਉਦੋਂ ਤਾਂ ਲੈਂਡ ਲਾਈਨਸ ਹੁੰਦੇ ਸੀ ਜਿਹੜੇ ਕਦੇ ਮਿਲਦੇ ਵੀ ਨਹੀਂ ਸੀ, ਪਰ ਈਮੇਲ ਸੀਗੀਆਂ, ਵੈਬਸਾਈਟ ਸੀਗੀ, ਲੋਕਾਂ ਨੇ ਕੰਟੈਕਟ ਕਰਨਾ ਸ਼ੁਰੂ ਕਰਤਾ। ਪਹਿਲੇ ਕੁਝ ਸਾਲ ਤਾਂ ਲੋਕ ਸਾਨੂੰ ਆਨਲਾਈਨ ਕੰਟੈਕਟ ਕਰਦੇ ਰਹੇ, ਫਿਰ ਸਾਨੂੰ ਸਮਝ ਆਈ ਕਿ ਇਹਦੀ ਕਿੰਨੀ ਜ਼ਰੂਰਤ ਹੈ। ਬਹੁਤ ਸਾਰੇ ਸਾਡੇ ਬਜ਼ੁਰਗ ਸੀਗੇ ਜਿਹੜੇ ਆਨਲਾਈਨ ਨਹੀਂ ਕਰ ਸਕਦੇ ਸੀ, ਫਿਰ ਉਹਨਾਂ ਲਈ ਅਸੀਂ ਦਫ਼ਤਰ ਖੋਲਿਆ। ਇੱਕ ਦਫ਼ਤਰ ਖੋਲਿਆ, ਰਿਸਪੌਂਸ ਵਾਸ ਫੈਂਟੈਸਟਿਕ, ਫਿਰ ਦੂਜਾ ਖੋਲਿਆ, ਤੀਜਾ ਖੋਲਿਆ, ਚੌਥਾ ਖੋਲਿਆ, ਏਦਾਂ ਕਾਫੀ ਦਫ਼ਤਰ ਅਸੀਂ ਖੋਲੇ। ਫਿਰ ਅਸੀਂ ਇੱਥੇ ਟੋਰਾਂਟੋ ਚ ਦਫ਼ਤਰ ਖੋਲਿਆ, ਉਹਦਾ ਵੀ ਰਿਸਪੌਂਸ ਬਹੁਤ ਅੱਛਾ ਸੀ ਐਂਡ ਵੀ ਰਿਅਲਾਈਜ਼ ਕਿ ਹੁਣ ਅਸੀਂ ਨੇਸ਼ਨ ਵਾਈਡ ਕੈਨੇਡਾ, ਅਮਰੀਕਾ, ਏਦਾਂ ਅਸੀਂ ਸਾਊਥ ਅਫਰੀਕਾ, ਕੀਨੀਆ, ਆਸਟ੍ਰੇਲੀਆ, ਹਰ ਜਗ੍ਹਾ ਜਿੱਥੇ ਜਿੱਥੇ ਹੁਣ ਇੰਡੀਅਨ ਸਾਨੂੰ ਕੰਟੈਕਟ ਕਰ ਰਹੇ ਹੈ ਆਨਲਾਈਨ, ਉਹਨਾਂ ਲਈ ਹੁਣ ਅਸੀਂ ਆਫਿਸਿਸ ਖੋਲ ਰਹੇ ਹਾਂ ਤਾਂ ਕਿ ਇਹ ਪ੍ਰੋਬਲਮਸ ਨੂੰ ਅੱਛੀ ਤਰ੍ਹਾਂ ਉਹਨਾਂ ਦੀ ਹੋਮ ਕੰਟਰੀ 'ਚ ਹੀ ਸੋਲਵ ਕੀਤਾ ਜਾਏ। ਉਸ ਸਿਲਸਿਲੇ 'ਚ ਮੈਂ ਕੈਨੇਡਾ ਆਈ ਹਾਂ। ਬਿਲਕੁਲ ਜੀ ਆਇਆਂ ਨੂੰ ਵੈਸੇ ਤਾਂ ਫਿਰ ਇੱਕ ਵਾਰ ਮੈਂ ਵੈਲਕਮ ਕਰਦੀ ਹਾਂ। ਇੱਕ ਮੈਂ ਗੱਲ ਕਰਦੀ ਹਾਂ ਕਿ ਤੁਹਾਡੇ ਕੋਲ ਬਹੁਤੇ ਕੇਸ ਡਿਸਪਿਊਟ ਦੇ ਆਉਂਦੇ ਆ ਕਿ ਪ੍ਰਾਪਰਟੀ ਡਿਸਪਿਊਟ ਦੇ ਆਉਂਦੇ ਨੇ ਕਿ ਜਾਂ ਹੋਰ ਕਿਸ ਕਿਸਮ ਦੇ ਕੇਸ ਆਉਂਦੇ ਨੇ? ਗੁਰਜਰਨ ਜੀ, ਬਹੁਤ ਹੀ ਜ਼ਿਆਦਾ ਬਿਊਟੀਫੁਲ ਕੇਸਿਸ ਆਉਂਦੇ ਨੇ ਔਰ ਮੈਨੂੰ ਤਦੀ ਆਪਣੇ ਕੰਮ 'ਚ ਇੰਨੀ ਸੈਟਿਸਫੈਕਸ਼ਨ ਹੈ। ਡਿਸਪਿਊਟਸ ਆਉਂਦੇ ਨੇ, ਬਹੁਤ ਸਾਰੇ ਕੇਸਿਸ ਆਉਂਦੇ ਨੇ। ਲੋਕ ਕਈ ਵਾਰੀ ਤਾਂ ਇੱਥੋਂ ਪੈਸਾ ਲੈ ਕੇ ਉੱਥੇ ਜਾ ਕੇ ਸੈਟਲ ਹੋ ਜਾਂਦੇ। ਇੱਕ ਲੇਡੀ ਗੁਜਰਾਤੀ ਨੂੰ ਮੈਂ ਉਹਦਾ ਬਹੁਤ ਵੱਡੀ ਅਮਾਊਂਟ ਵਾਪਸ ਕਰਾਈ। ਉਹਦਾ ਹਸਬੈਂਡ ਉਹਦੀਆਂ ਸਾਰੀਆਂ ਪ੍ਰਾਪਰਟੀਆਂ ਵੇਚ ਕੇ ਇੱਕ ਹੋਰ ਲੇਡੀ ਨਾਲ ਜਾ ਕੇ ਸੈਟਲ ਹੋ ਗਿਆ। ਅੱਛਾ। ਉਹਨੂੰ ਇੰਡੀਆ 'ਚ ਅਸੀਂ ਨੋਟਿਸਿਸ ਦਿੱਤੇ ਔਰ ਇੰਡੀਆ 'ਚ ਉਹਨੂੰ ਫੜਿਆ ਔਰ ਉਹਦੇ ਅਗੇਂਸਟ ਇੰਡੀਆ 'ਚ ਅਸੀਂ ਐਕਸ਼ਨ ਸਟਾਰਟ ਕੀਤਾ। ਇੰਗਲੈਂਡ 'ਚ ਉਹਨੇ ਐਕਸ਼ਨ ਸਟਾਰਟ ਕੀਤਾ, ਉਹਨੂੰ ਸਾਰੀ ਰਿਪੋਰਟ ਬਣਾ ਕੇ ਇੰਗਲਿਸ਼ ਕੋਰਟਸ ਲਈ ਦਿੱਤੀ। ਉਹਨੂੰ ਆਰਡਰ ਮਿਲਿਆ ਕਿ ਇਹਨੂੰ ਇਹਦਾ ਪੈਸਾ ਵਾਪਸ ਕਰ ਔਰ ਉਹਦਾ ਫੈਸਲਾ ਕਰਾ ਕੇ ਉਹਨੂੰ ਪੈਸਾ ਵਾਪਸ ਕੀਤਾ। ਡਿਸਪਿਊਟਸ ਬਹੁਤ ਆਉਂਦੇ ਨੇ। ਉਹਦੇ ਬੇਟੇ ਨੇ ਮੈਨੂੰ ਕੰਟੈਕਟ ਕੀਤਾ, ਉਹ ਲੇਡੀ ਦੇ, ਗੁਜਰਾਤੀ ਲੇਡੀ ਦੇ ਬੇਟੇ ਨੇ, ਔਰ ਇੱਕ ਗੁਜਰਾਤ ਭਾਵਨਗਰ 'ਚ ਉਹਦਾ ਹਸਬੈਂਡ, ਉਹਨੇ ਇੱਕ ਯੰਗ ਲੜਕੀ ਨਾਲ ਸ਼ਾਦੀ ਕਰਕੇ ਇੰਗਲੈਂਡ ਤੋਂ ਆ ਗਿਆ। ਐਸੇ ਕਈ ਹੁੰਦੇ। ਬਾਕੀ ਨॉन डिस्प्यूट्स भी होंगे ने, सिंपल ट्रांसफर करा दो, पेरेंट्स की डेथ हो गई है, ये बहुत केसेस ने। पार्टीशन करा दो, ये कोई डिस्प्यूट नहीं है, बट पार्टीशन दे केसेस आंदे ने, तकसीम दे केसेस, हां, दो भरा ने, कोई भैणा ने करने हैं, वो आज भी एक आए ने, उन्हां दी सिंपल तकसीम है। ओदे अलावा डिस्प्यूट्स बहुत आंदे ने, कब्जियां दे केस बहुत आंदे ने, टेनेंट्स खाली नहीं करते, बहुत बड़ा इशू है। और ਸਾਡੇ ਨਾਲ ਅਸੀਂ ਰਾਜਗੁਰੂ ਨਗਰ ਰਹਿੰਦੇ ਲੁਧਿਆਣੇ ਤੋਂ, ਉੱਥੇ ਇੱਕ ਸਾਡੇ ਬਿਲਕੁਲ ਬਹੁਤ ਨੇੜਲੇ ਜਾਣਕਾਰ ਸੀਗੇ, ਉਹ ਇੱਥੇ ਕੈਨੇਡਾ ਚ ਆਏ ਤੇ ਉਹਨਾਂ ਦੇ ਪਿੱਛੋਂ ਜਿਹੜਾ ਟੈਨੈਂਟ ਰੱਖਿਆ ਸੀਗਾ ਉਹ ਕਹੇ ਜੀ ਮੈਂ ਤਾਂ ਘਰ ਨਹੀਂ ਖਾਲੀ ਕਰਦਾ। 1 ਲੱਖ ਰੁਪਈਆ ਦੇ ਕੇ ਫਿਰ ਉਹਨਾਂ ਘਰ ਖਾਲੀ ਕਰਾਇਆ ਐਂਡ ਉਸ ਤੋਂ ਬਾਅਦ ਰੈਨੋਵੇਟ ਕਰਾਇਆ। ਸੋ ਇਹੋ ਜਿਹੇ ਬੜੇ ਵੱਡੇ ਇਸ਼ੂਜ਼ ਨੇ ਐਨਆਰਆਈਜ਼। ਮੈਂ ਵੇਖਿਆ ਕਿ ਜਦੋਂ ਆਪਾਂ ਐਨਆਰਆਈਜ਼ ਲੋਕ ਜਿਹੜੇ ਆ, ਨੌਨ ਰੈਜ਼ੀਡੈਂਸ਼ੀਅਲ ਇੰਡੀਅਨਸ, ਬਾਹਰ ਆ ਜਾਂਦੇ ਆ ਤਾਂ ਉਸ ਵੇਲੇ ਸਾਡੇ ਲੋਕ ਜਿਹੜੇ ਪੰਜਾਬ ਦੇ ਵਿੱਚ ਜਾਂ ਬਾਕੀ ਹਿੱਸਿਆਂ ਦੇ ਵਿੱਚ ਬੈਠੇ ਨੇ ਉਹ ਸਮਝਦੇ ਨੇ ਵੀ ਇਹ ਤਾਂ ਹੁਣ ਬਾਹਰ ਚਲੇ ਗਏ, ਇਹਨਾਂ ਨੂੰ ਪੈਸੇ ਦੀ ਕਾਹਦੀ ਲੋੜ ਹੈ। ਸੋ ਇਹ ਵੀ ਜਿਹੜੇ ਝਗੜੇ ਨੇ ਨਾ, ਇਹ ਵੀ ਬਹੁਤ ਜ਼ਿਆਦਾ ਆਉਂਦੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਇਹਨਾਂ ਨੂੰ ਹੁਣ ਪੈਸੇ ਦੀ ਕੀ ਵੈਲਿਊ ਹੈ। ਤੇ ਮੈਨੂੰ ਲੱਗਦਾ ਤੁਸੀਂ ਜਦੋਂ ਬਾਰ-ਬਾਰ ਕਦੇ ਯੂਕੇ 'ਚ ਜਾਂਦੇ ਹੋ, ਕਦੇ ਕੈਨੇਡਾ ਆਉਂਦੇ ਹੋ, ਕਦੇ ਆਸਟ੍ਰੇਲੀਆ ਵਿੱਚ ਗਏ ਹੋਵੋਗੇ, ਤੁਸੀਂ ਇੱਥੋਂ ਦੀ ਜ਼ਿੰਦਗੀ ਬਾਰੇ, ਇੱਥੋਂ ਦੇ ਲੋਕਾਂ ਬਾਰੇ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ, ਕੀ ਪਰਸੈਪਸ਼ਨ ਹੁੰਦੀ ਤੁਹਾਡੇ ਮਨ ਦੇ ਵਿੱਚ? ਕਿਵੇਂ ਸਮਝਦੇ ਹੋ ਇੱਥੋਂ ਦੇ ਲੋਕਾਂ ਨੂੰ? ਮੈਨੂੰ ਲੱਗਦਾ ਹੈ ਕਿ ਲੋਕ ਜਦੋਂ ਉੱਥੋਂ ਆਉਂਦੇ ਨੇ ਉਹ ਬਹੁਤ ਜਲਦੀ ਚਾਹੁੰਦੇ ਨੇ ਔਰ ਵਿਸ਼ਵਾਸ ਜਲਦੀ ਕਰ ਲੈਂਦੇ ਨੇ, ਬਿਕੋਜ਼ ਉਹਨਾਂ ਨੂੰ ਕਾਲੀ ਹੁੰਦੀ ਹੈ ਇੱਥੇ ਆਉਣ ਦੀ, ਤੇ ਆਪ ਹੀ ਕਈ ਵਾਰੀ ਇਹਨਾਂ ਦੇ ਰਿਸਪੌਂਸਿਬਲ ਹੁੰਦੇ ਨੇ। ਪਹਿਲਾਂ ਤਾਂ ਜਿਹੜੇ ਉੱਥੇ ਬੰਦੇ ਬਿਠਾ ਕੇ ਆਉਂਦੇ ਨੇ ਉਹਨਾਂ ਨਾਲ ਕੋਈ ਕਲੀਅਰ ਕੱਟ ਲੀਗਲ ਐਗਰੀਮੈਂਟ ਕਰਕੇ ਹੀ ਨਹੀਂ ਆਉਂਦੇ, ਐਵੇਂ ਬਿਠਾ ਦਿੰਦੇ ਮੈਂ ਮਾਸੀ ਦਾ ਮੁੰਡਾ ਤੇ ਭੂਆ ਦੀ ਕੁੜੀ ਤੇ ਮੇਰਾ ਘਰ 'ਚ ਉਹ ਬੈਠੇ ਹੋਏ ਆ, ਤੇ ਉਹ ਫਿਰ ਨੈਚੁਰਲੀ ਇੰਨੇ ਸਾਲ ਉਹ ਉੱਥੇ ਬੈਠੇ। ਉਹ ਪਤਾ ਕੀ ਕਹਿੰਦੇ ਨੇ, ਅਸੀਂ ਤੁਹਾਡਾ ਘਰ ਸਾਂਭ ਰਹੇ ਆ, ਸਾਨੂੰ ਤੁਸੀਂ ਮਹੀਨੇ ਦੇ ਪੈਸੇ ਦਿਓ। ਹਾਂ, ਐਗਜ਼ੈਕਟਲੀ। ਉਹ ਫਿਰ ਉੱਥੇ ਦੇ ਮਾਲਿਕ ਬਣ ਜਾਂਦੇ। ਇਹ ਕੁਦਰਤੀ ਗੱਲ ਹੈ ਕਿ ਅਗਰ ਤੁਸੀਂ ਕਿਸੇ ਦੀਆਂ ਜੜ੍ਹਾਂ ਕਿਸੇ ਜਗ੍ਹਾ ਤੇ ਪੱਕੀਆਂ ਕਰਦੇ ਹੋ, ਆਪ ਹੀ ਭੁੱਲ ਜਾਂਦਾ ਹੈ ਕਿ ਇਹ ਘਰ ਮੇਰਾ ਨਹੀਂ ਹੈ। ਸੋ ਮੈਂ ਹਮੇਸ਼ਾ ਸਭ ਤੋਂ ਪਹਿਲਾਂ ਇਹੀ ਕਹਿੰਦੀ ਆ ਕਿ ਜੋ ਵੀ ਤੁਹਾਡੀ ਪ੍ਰਾਪਰਟੀ ਨੂੰ ਆਕਿਊਪਾਈ ਕਰੇਗਾ ਉਹਦੇ ਨਾਲ ਕਲੀਅਰ ਕੱਟ ਐਗਰੀਮੈਂਟਸ ਕਰੋ। ਦੇਖੋ, 4 ਤਰੀਕੇ ਦੇ ਲੋਕ ਘਰ 'ਚ ਰਹਿ ਸਕਦੇ। ਤੁਹਾਡਾ ਘਰ ਹੈ, ਤੁਸੀਂ ਆਪ ਰਹੋ। ਤੁਹਾਡਾ ਘਰ ਹੈ, ਕਿਰਾਏਦਾਰ ਰਹੋ, ਕਿਰਾਏਦਾਰ ਨਾਲ ਫਿਰ ਪ੍ਰੋਪਰ ਕਿਰਾਇਆਨਾਮਾ ਕਰੋ। ਤੀਸਰੀ ਗੱਲ ਇਹ ਹੈ ਕਿ ਤੁਸੀਂ ਕਿਸੇ ਨੂੰ ਉੱਥੇ ਕੇਅਰ ਟੇਕਰ ਬਿਠਾਇਆ ਤੇ ਉਹਦੇ ਨਾਲ ਕਿਰਾਇਆਨਾਮਾ ਨਹੀਂ, ਇੱਕ ਲਾਇਸੈਂਸ ਐਗਰੀਮੈਂਟ, ਉਹ ਲਾਇਸੈਂਸੀ ਹੈ। ਲਾਇਸੈਂਸੀ ਦੀ ਇੰਨੀ ਇੰਪੋਰਟੈਂਸ, ਜਿਹਦੇ ਤੋਂ ਤੁਸੀਂ ਕਿਰਾਇਆ ਨਹੀਂ ਲੈ ਰਹੇ ਉਹਦੇ ਨਾਲ ਲਾਇਸੈਂਸ ਐਗਰੀਮੈਂਟ ਕਰੋ। ਕੋਰਟ 6 ਮਹੀਨਿਆਂ 'ਚ ਖਾਲੀ ਕਰਨ ਦਾ ਆਰਡਰ ਦੇ ਦਿੰਦੀ ਹੈ। ਅੱਛਾ, ਚੌਥਾ, ਤੁਹਾਡੀ ਦਰਵਾਜ਼ਾ ਤੋੜ ਕੇ ਕੋਈ ਵੜ ਗਿਆ, ਉਹਨੂੰ ਟ੍ਰੈਸਪਾਸਰ ਕਹਿੰਦੇ ਆ। ਪੰਜਵਾਂ, ਤਾਂ ਕੋਈ ਬੰਦਾ ਤੁਹਾਡੇ ਕਬਜ਼ਾ ਕਰ ਨਹੀਂ ਸਕਦਾ। ਹੁਣ ਅਗਰ ਟ੍ਰੈਸਪਾਸਰ ਹੈ ਤਾਂ ਉਹ ਤਾਂ ਬਿਲਕੁਲ ਹੀ ਟ੍ਰੈਸਪਾਸਰ ਹੈ, ਉਹਦੀ ਤਾਂ ਕ੍ਰਿਮੀਨਲ ਕੰਪਲੇਂਟ ਇਹ ਕਰ ਨਹੀਂ ਸਕਦੇ। ਪੇਪਰ ਇਹਨਾਂ ਦੇ ਅਪਡੇਟਡ ਨਹੀਂ ਹੁੰਦੇ। ਤਾਂ ਮੇਰਾ ਘਰ ਹੈ, ਲਿਆਓ ਪੇਪਰ ਹੁੰਦਾ ਨਹੀਂ। ਸਭ ਤੋਂ ਪਹਿਲਾਂ
मैं दर्शकों ਨੂੰ ਇਹ ਦੱਸਣਾ ਚਾਹਾਂਗੀ ਕਿ ਅਗਰ ਤੁਹਾਡੀਆਂ ਉੱਥੇ ਪ੍ਰਾਪਰਟੀਆਂ ਹੈ ਥੋੜੀਆਂ ਡਟ ਕੇ ਮੈਨੇਜ ਕਰੋ ਜਿੱਦਾਂ ਇੱਥੇ ਆਪਣੀ ਕੈਨੇਡਾ 'ਚ ਤੁਸੀਂ ਮੈਨੇਜ ਕਰਦੇ ਹੋ। ਉਹਨਾਂ ਦੇ ਪੇਪਰਸ ਅਪਡੇਟਡ ਰੱਖੋ, ਚੈੱਕ ਰੱਖੋ, ਨੇਬਰਸ ਨਾਲ ਬਣਾ ਕੇ ਰੱਖੋ ਕਿ ਵੀ ਮੈਂ ਸਾਡੇ ਘਰ 'ਚ ਕੋਈ ਗਲਤ ਤਾਂ ਨਹੀਂ ਹੋ ਰਿਹਾ। ਉੱਥੋਂ ਇਨਫੋਰਮੇਸ਼ਨ ਲੈਂਦੇ ਰਹੋ। ਜਿਹੜੇ ਲੋਕ ਲੈਂਦੇ ਰਹਿੰਦੇ ਹੈ ਇਨ ਟੱਚ ਰਹਿੰਦੇ ਇੰਡੀਆ ਨਾਲ, ਉਹਨਾਂ ਨੂੰ ਪ੍ਰੋਬਲਮਸ ਨਹੀਂ ਆਉਂਦੀਆਂ। ਲੇਕਿਨ ਜਿਹੜੇ ਇੱਥੇ ਆ ਕੇ ਕੈਨੇਡਾ ਦੀ ਮਸਤੀ 'ਚ ਮਸਤ ਹੋ ਜਾਂਦੇ ਹੈ, ਉਹ ਜਾਂ ਇਹਦੀ ਇੱਥੇ ਦੀ ਜਦੋ ਜਹਿਦ 'ਚ ਪੈਸੇ ਕਮਾਉਣ ਵੱਲ ਇੰਨਾ ਜ਼ਿਆਦਾ ਧਿਆਨ ਕਰਦੇ ਨੇ, ਉਹ ਲੋਕਾਂ ਨੂੰ ਪਿੱਛੇ ਪ੍ਰੋਬਲਮ ਆਉਂਦੀ ਹੈ। ਸੋ ਮੈਂ ਇਹ ਕਹਾਂਗੀ ਤੁਹਾਡਾ ਕੋਈ ਵੀ ਘਰ 'ਚ ਆਕਿਊਪੈਂਟ ਹੈ ਉਹਦੇ ਨਾਲ ਤੁਹਾਡੀ ਟਰਮਸ ਕਲੀਅਰ ਹੋਣੀਆਂ ਚਾਹੀਦੀਆਂ। ਉਹ ਟਰਮਸ ਕਲੀਅਰ ਹੋਣਗੀਆਂ ਤੁਹਾਨੂੰ ਪ੍ਰੋਬਲਮ ਆਏਗੀ। ਸੈਕੰਡਲੀ, ਜੇ ਤੁਸੀਂ ਉੱਥੇ ਪ੍ਰਾਪਰਟੀ ਨਹੀਂ ਰੱਖਣੀ ਫਿਰ ਉਹਨੂੰ ਡਿਸਪੋਜ਼ ਕਰ ਦਿਓ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜ਼ਰੂਰਤ ਹੈ ਤੁਹਾਨੂੰ ਆਪਣੀ ਲਾਈਫ ਦਾ ਇੰਨਾ ਐਂਜ਼ਾਈਟੀ ਤਾਂ ਹੁੰਦੀ ਹੈ। ਦੇਖੋ ਜੀ, ਦੋ ਚੀਜ਼ਾਂ ਦੀ ਐਂਜ਼ਾਈਟੀ ਹੈ ਗੁਰਚਰਨ ਜੀ, ਜਾਂ ਤਾਂ ਤੁਹਾਡੀ ਆਪਣੀ ਬਾਡੀ ਨੂੰ ਕੁਝ ਹੋ ਜਾਏ ਜਾਂ ਤੁਹਾਡੀ ਆਪਣੀ ਪ੍ਰਾਪਰਟੀ ਨੂੰ। ਆਈ ਫੀਲ ਕਿ ਜਿਹੜੀ ਪ੍ਰਾਪਰਟੀ ਤੁਸੀਂ ਰੱਖਣੀ ਨਹੀਂ, ਜਾਣਾ ਨਹੀਂ, ਆਪਣੀ ਲਾਈਫ ਨੂੰ ਇਸ ਤਰ੍ਹਾਂ ਪਲਾਨ ਕਰੋ ਕਿ ਆਪਣੀਆਂ ਪ੍ਰੋਬਲਮਸ ਘਟਾਓ, ਉਹਨੂੰ ਸੈਲ ਕਰ ਦਿਓ ਤਾਂ ਕਿ ਤੁਹਾਨੂੰ ਅੱਗੇ ਤੋਂ ਪ੍ਰੋਬਲਮ ਨਹੀਂ। ਇਹ ਮੇਰੀ ਰਾਏ ਹੈ। ਥੈਂਕ ਯੂ। ਸੋ ਇਹ ਨਿਧੀ ਸਿੰਘ ਜੀ ਸਾਨੂੰ ਕਹਿ ਰਹੇ ਨੇ ਕਿ ਅਗਰ ਤੁਸੀਂ NRI ਬਣ ਗਏ ਹੋ, ਤੁਸੀਂ ਆਪਣੇ ਇੰਡੀਆ ਨੂੰ ਛੱਡ ਰਹੇ ਹੋ, ਤਾਂ ਫਿਰ ਹੋ ਸਕੇ ਤਾਂ ਜਿਹੜੀਆਂ ਪ੍ਰਾਪਰਟੀਜ਼ ਨੇ ਉਹਨਾਂ ਨੂੰ ਡਿਸਪੋਜ਼ ਆਫ ਸਮਾਂ ਰਹਿੰਦਿਆਂ ਕਰ ਲਓ ਤਾਂ ਜੋ ਦਿੱਕਤਾਂ ਵਿੱਚ ਨਾ ਫਸੋ। ਸੋ ਇਹ ਨਿਧੀ ਸਿੰਘ ਨੇ ਸਾਡੇ ਨਾਲ, ਜਿਹੜੇ ਕਿ ਲੀਗਲ ਸਰਵਿਸਿਜ਼ ਦਿੰਦੇ ਨੇ NRIs ਨੂੰ। ਸੋ ਗੱਲਬਾਤ ਆਪਾਂ ਇਹਨਾਂ ਨਾਲ ਜਾਰੀ ਰੱਖਾਂਗੇ। ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਅਗਲੇਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬੀ ਨੈਸ਼ਨਲ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੇ ਗੱਲਬਾਤ ਅੱਜ ਅਸੀਂ NRIs, ਨਾਨ ਰੈਜ਼ੀਡੈਂਸ਼ੀਅਲ ਇੰਡੀਅਨਸ ਦੇ ਲੀਗਲ ਮਸਲਿਆਂ ਦੇ ਬਾਰੇ 'ਚ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਬਣ ਜਾਂਦੇ ਨੇ ਮਸਲੇ ਜਦੋਂ ਅਸੀਂ 7 ਸਮੁੰਦਰ ਪਾਰ ਆ ਜਾਂਦੇ ਹਾਂ, ਚਾਹੇ ਆਸਟ੍ਰੇਲੀਆ ਜਾਂਦੇ ਹਾਂ, ਚਾਹੇ ਕੈਨੇਡਾ ਆਉਂਦੇ ਹਾਂ, ਚਾਹੇ ਅਮਰੀਕਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ, ਤਾਂ ਜੀ ਨਹੀਂ ਕਰਦਾ ਹੁੰਦਾ ਬਈ ਅਸੀਂ ਆਪਣੇ ਜਾਇਦਾਦਾਂ ਜਿਹੜੀਆਂ ਨੇ ਨਾ ਉਹਨਾਂ ਤੋਂ ਵੱਖ ਹੋ ਕੇ ਆਈਏ। ਜ਼ਮੀਨ ਜਿਹੜੀ, ਬੜਾ ਮਾਣ ਹੁੰਦਾ ਕਿ ਮੇਰੀ ਜ਼ਮੀਨ ਇੰਡੀਆ 'ਚ ਹੈਗੀ ਹੈ, ਮੇਰਾ ਘਰ ਵੀ ਉੱਥੇ ਹੈਗਾ, ਉੱਥੇ ਜਾ ਕੇ ਰਹਿਣਾ। ਪਰ ਉਹਦੇ ਨਾਲ ਬਹੁਤ ਸਾਰੇ ਪੇਚੀਦਾ ਮਸਲੇ ਉੱਠਦੇ ਨੇ ਜਿਨ੍ਹਾਂ ਦਾ ਹੱਲ ਕੇਵਲ ਤੇ ਕੇਵਲ ਵਕੀਲਾਂ ਕੋਲ ਹੁੰਦਾ ਹੈ। ਤੇ ਵਕੀਲ ਨਿਧੀ ਸਿੰਘ ਸਾਡੇ ਨਾਲ ਨੇ। ਨਿਧੀ, ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਨਿਧੀ, ਆਪਾਂ ਹੁਣੇ ਇੱਕ ਗੱਲ ਛੋਟੀ ਜਿਹੀ ਕੀਤੀ ਸੀ, ਗੱਲ ਪਰ ਬੜੀ ਵੱਡੀ ਹੈ ਕਿ ਅਸੀਂ ਕਈ ਵਾਰੀ ਘਰ ਦੇ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਨੂੰ ਬਿਠਾਓ ਨੇ, ਕੋਠੀਆਂ ਤਗੜੀਆਂ ਤਗੜੀਆਂ ਹੈਗੀਆਂ ਨੇ ਬਹੁਤ, ਪੰਜਾਬ ਦੇ ਵਿੱਚ ਤਾਂ ਪੁੱਛੋ ਨਾ ਕੀ ਕੁਛ ਹੈ, ਤੇ ਉੱਥੇ ਅਸੀਂ ਕਈ ਵਾਰੀ ਆਪਣੇ ਘਰ ਨੂੰ ਸੰਭਾਲਣ ਲਈ ਕਿਸੇ ਨੂੰ ਰੱਖ ਆਉਂਦੇ ਜਿਹਨੂੰ ਅਸੀਂ ਪੇ ਵੀ ਕਰਦੇ ਹਾਂ। ਬਿਲਕੁਲ ਹੈ, ਤੁਸੀਂ ਇੱਕ ਲਾਇਸੈਂਸ ਵਾਲੀ ਗੱਲ ਕੀਤੀ ਸੀ, ਉਹ ਜਰਾ ਪਲੀਜ਼ ਡਿਟੇਲ 'ਚ ਦੱਸਿਓ, ਕਿਉਂਕਿ ਘਰਾਂ ਦੇ ਉੱਪਰ ਕਬਜ਼ੇ ਹੋ ਜਾਣੇ ਬੜੀ ਆਮ ਜੀ ਗੱਲ ਹੈ ਤੇ ਉਹਨਾਂ ਨੂੰ ਛਡਾਉਣਾ ਬੜੀ ਖਾਸ ਗੱਲ ਹੈ। ਉਹਦਾ ਬੜਾ ਈਜ਼ੀ ਤਰੀਕਾ ਹੈ ਲੀਗਲ। ਅਗਰ ਕਿਸੇ ਨੂੰ ਇਸ ਗੱਲ ਦਾ ਪਤਾ ਹੋਏ ਕਿ ਜਿਹੜਾ ਬੰਦਾ ਤੁਹਾਨੂੰ ਪੈਸੇ ਨਹੀਂ ਦੇ ਰਿਹਾ ਉਹ ਔਰ ਤੁਹਾਡੀ ਮਰਜ਼ੀ ਨਾਲ ਘਰ 'ਚ ਰਹਿ ਰਿਹਾ, ਉਹ ਟ੍ਰੈਸਪਾਸਰ ਨਹੀਂ ਹੈ। ਬਿਲਕੁਲ ਨਹੀਂ, ਉਹ ਤੁਹਾਡੀ ਮਰਜ਼ੀ ਨਾਲ ਤੁਸੀਂ ਉਹਨੂੰ ਘਰ 'ਚ ਰੱਖਿਆ, ਉਹਨੂੰ ਅਸੀਂ ਓਰਲ ਟਰਮਸ 'ਚ ਕਹਿੰਦੇ ਆ, ਲੀਗਲ ਟਰਮਸ 'ਚ ਲਾਇਸੈਂਸੀ। ਉਹ ਤੁਹਾਡਾ ਕੀ ਹੈ? ਲਾਇਸੈਂਸ ਹੀ ਹੈ, ਕਿਉਂਕਿ ਉਹਨੂੰ ਤੁਸੀਂ ਲਾਇਸੈਂਸ ਦਿੱਤਾ ਹੈ ਕਿ ਉਹ ਤੁਹਾਡੇ ਘਰ 'ਚ ਰਹੇ। ਤੁਸੀਂ ਕੌਣ ਹੋ? ਤੁਸੀਂ ਓਨਰ ਹੋ। ਓਨਰ ਤੋਂ ਲਾਇਸੈਂਸ ਲਿੱਤਾ, ਹੁਣ ਤੁਸੀਂ ਉਹਨੂੰ ਲਾਇਸੈਂਸੀ ਉਹ ਆਟੋਮੈਟਿਕਲੀ ਬਣ ਗਿਆ ਜਦੋਂ ਤੁਹਾਡੀ ਮਰਜ਼ੀ ਨਾਲ ਰਹਿ ਰਿਹਾ ਹੈ। ਲੇਕਿਨ ਕੀ ਫਰਕ ਹੈ ਕਿ ਉਹ ਲਾਇਸੈਂਸ ਐਗਰੀਮੈਂਟ ਨਹੀਂ ਹੈ, ਓਰਲ ਲਾਇਸੈਂਸੀ ਹੈ। ਹਾਂ, ਅੱਛਾ, ਕਈ ਲੋਕ ਓਰਲ ਲਾਇਸੈਂਸੀ ਤੇ ਵੀ ਕੇਸ ਕਰ ਸਕਦੇ ਹੋ। ਇਹ ਨਹੀਂ ਕਿ ਤੁਸੀਂ ਨਹੀਂ ਐਗਰੀਮੈਂਟ ਕੀਤਾ ਤੇ ਤੁਸੀਂ ਨਹੀਂ ਕਰ। ਸਪੋਜ਼ਿੰਗ ਉਹਨੇ ਕਬਜ਼ਾ ਕਰ ਲਿਆ ਤੇ ਉਹ ਖਾਲੀ ਨਹੀਂ ਕਰ ਰਿਹਾ, ਫਿਰ ਤੁਸੀਂ ਉਹਨੂੰ ਜਾ ਕੇ ਕਹੋਗੇ ਕਿ ਇਹ ਬੰਦਾ ਮੇਰਾ ਲਾਇਸੈਂਸੀ ਹੈ ਔਰ ਇਹ ਹੁਣ ਖਾਲੀ ਨਹੀਂ ਕਰ ਰਿਹਾ, ਤੇ ਕੋਰਟ ਕਹੇਗੀ ਕੋਈ ਐਗਰੀਮੈਂਟ ਹੈ, ਤੁਸੀਂ ਕਹੋਗੇ ਨਹੀਂ ਹੈ। ਫਿਰ ਕੋਰਟ ਉਹਨੂੰ ਪੁੱਛੂਗੀ, ਉਹ ਕਹੂਗਾ ਮੈਂ ਤਾਂ ਲਾਇਸੈਂਸੀ ਨਹੀਂ ਆ। ਉਹ ਤੁਸੀਂ ਲਾਇਸੈਂਸੀ ਨਹੀਂ ਹੋ, ਫਿਰ ਤੁਸੀਂ ਕੌਣ ਹੋ? ਟੈਨੈਂਟ ਹੋ? ਲਿਆਓ ਦਿਖਾਓ ਕਿੱਥੇ ਕਿਰਾਏਨਾਮਾ। ਉਹ ਕਹੇਗਾ ਮੈਂ ਟੈਨੈਂਟ ਵੀ ਨਹੀਂ ਆ। ਫਿਰ ਉਹ ਕੀ ਹੋ, ਤੇਰਾ ਕੀ ਵਜੂਦ ਹੈ? ਤੇ ਕੋਰਟ ਕਹੇਗੀ ਅਗਰ ਉਹ ਵਜੂਦ ਨਹੀਂ ਦੇ ਸਕਦਾ ਤੇ ਉਹ ਕੋਈ ਨਾ ਕੋਈ ਝੂਠੇ ਕਾਗਜ਼ ਬਣਾਏਗਾ ਜਾਂ ਕੁਝ। ਇਹਦੇ ਤੋਂ ਬਚਣ ਵਾਸਤੇ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ, ਕਿਸੇ ਵੀ ਬੰਦੇ ਨੂੰ ਤੇ ਬੋਲੋ ਬੈਠ ਜਾ, ਮੈਂ ਤੇਰੇ ਤੋਂ ਪੈਸੇ ਨਹੀਂ ਲੈ ਰਿਹਾ, ਇਹ ਮੇਰਾ ਐਗਰੀਮੈਂਟ ਹੈ, ਜਿਹਨੂੰ ਅਸੀਂ ਕਹਿੰਦੇ ਲੀਵ ਐਂਡ ਲਾਇਸੈਂਸ ਐਗਰੀਮੈਂਟ। ਲੀਵ ਐਂਡ ਲਾਇਸੈਂਸ ਐਗਰੀਮੈਂਟ, ਉਹਦਾ ਮਤਲਬ ਇਹ ਹੈ ਕਿ ਮੈਂ ਜਦੋਂ ਤੈਨੂੰ ਲੀਵ ਕਰਨ ਲਈ ਕਵਾਂਗਾ, ਤੂੰ ਮੇਰਾ ਲਾਇਸੈਂਸੀ ਹੈ, ਤੈਨੂੰ ਉਸੇ ਵੇਲੇ ਮਕਾਨ ਛੱਡਣਾ ਪਏਗਾ। ਜਿਵੇਂ ਆਪਾਂ ਕਿਰਾਏਦਾਰ ਨਾਲ ਕਰ ਲੈਂਦੇ ਹਾਂ ਜੀ, ਉਹਨੂੰ 2 ਮਹੀਨੇ ਦਾ 3 ਮਹੀਨੇ ਦਾ ਨੋਟਿਸ ਦੇਣਾ, ਏਦਾਂ ਹੀ ਉਹਨੂੰ ਨੋਟਿਸ ਦੇਣਾ। ਅਗਰ ਉਹ ਨਹੀਂ ਛੱਡਦਾ ਫਿਰ ਤੁਸੀਂ ਜਿਹੜਾ ਕੋਰਟ 'ਚ ਕੇਸ ਪਾਓਗੇ ਉਹ eviction of tenant ਨਹੀਂ, eviction of ਲਾਇਸੈਂਸੀ ਹੋਏਗਾ। ਹੁਣ ਬਾਈ ਲਾਅ ਲਾਇਸੈਂਸੀ ਦੀ ਕੋਈ ਰਾਈਟਸ ਨਹੀਂ ਹੈ, ਉਹਨੂੰ ਜਦੋਂ ਬੋਲੋ
ਟੈਨੈਂਟ ਦੇ ਰਾਈਟਸ ਪੂਰੇ ਹੈ। ਟੈਨੈਂਟ ਦਾ ਰੈਂਟ ਕੋਟ ਹੀ ਅਲੱਗ ਹੈ, ਉਹਦੇ ਟੈਨੈਂਟ ਰਾਈਟਸ ਨੇ ਕਿਉਂਕਿ ਉਹ ਤੁਹਾਨੂੰ ਪੈਸੇ ਦੇ ਰਿਹਾ ਹੈ। ਠੀਕ ਹੈ, ਇਹਦਾ ਲਾਇਸੈਂਸੀ ਦਾ ਕੋਈ ਨਹੀਂ। ਤੁਸੀਂ ਉਸ ਲਾਇਸੈਂਸੀ ਨੂੰ ਕਦੀ ਵੀ ਕੋਰਟ ਜਾ ਕੇ ਕੱਢ ਸਕਦੇ ਹੋ ਈਜ਼ੀਲੀ। ਮਤਲਬ ਟੈਨੈਂਟ ਤੋਂ ਜ਼ਿਆਦਾ ਆਸਾਨ ਹੈ, ਕੇਸ ਉਹਦਾ ਵੀ ਪੈਂਦਾ ਹੈ ਪਰ ਉਹਦਾ ਕੇਸ ਬਹੁਤ ਜਲਦੀ ਖਤਮ ਹੋ ਜਾਂਦਾ ਹੈ ਬਿਕੋਜ਼ ਉਹਦੇ ਕੋਲ ਰਾਈਟਸ ਹੀ ਨਹੀਂ ਹੈ। ਕੋਰਟ ਕਹੇਗੀ ਇਹ ਤੇਰਾ ਐਗਰੀਮੈਂਟ ਹੈ, ਤੂੰ ਖਾਲੀ ਕਿਉਂ ਨਹੀਂ ਕਰਦਾ, ਆਰਡਰ ਖਾਲੀ ਕਰੋ। ਸੋ ਮਤਲਬ ਉਹ ਜਿਹੜਾ ਹੈਗਾ ਲਾਇਸੈਂਸ ਵਾਲਾ ਲੀਵ ਐਂਡ ਲਾਇਸੈਂਸ ਵਾਲਾ ਡਾਕੂਮੈਂਟ ਲਿਖਣਾ ਉਹ ਸਿੰਪਲ ਪੇਪਰ ਦੇ ਉੱਪਰ ਲਿਖ ਸਕਦੇ ਹਾਂ। ਉਹ ਸਟੈਂਪ ਪੇਪਰ ਤੇ ਵੀ ਉਹ ਇੱਕ ਲਾਇਰ ਬਣਾ ਦੇਗਾ। ਲੀਵ ਐਂਡ ਲਾਇਸੈਂਸ ਐਗਰੀਮੈਂਟ ਹੁੰਦਾ ਹੈ ਕਿ ਮੈਂ ਇਸ ਨੂੰ 2 ਸਾਲ ਵਾਸਤੇ ਲਾਇਸੈਂਸ ਜਾਂ 1 ਸਾਲ ਵਾਸਤੇ 11 ਮਹੀਨੇ ਵਾਸਤੇ ਇੱਥੇ ਰਹਿਣ ਦੀ ਪਰਮਿਸ਼ਨ ਦੇ ਰਿਹਾ। ਜਦੋਂ ਤੁਸੀਂ ਇਹ ਪਰਮਿਸ਼ਨ ਉਹਦੇ ਬਾਅਦ 11 ਮਹੀਨੇ ਬਾਅਦ ਤੁਸੀਂ ਹੋਰ ਰੱਖਣਾ ਚਾਹੁੰਦੇ ਇੱਕ ਹੋਰ ਲਾਇਸੈਂਸ ਐਗਰੀਮੈਂਟ ਕਰ ਲਓ, ਐਕਸਟੈਂਡ ਕਰ ਦਿਓ ਉਹਨੂੰ, ਲੇਕਿਨ ਉਹ ਹੋਏਗਾ ਲਾਇਸੈਂਸ ਐਗਰੀਮੈਂਟ। ਉਸ ਬੇਸ ਤੇ ਉਹਦੇ ਕੋਲ ਕੋਈ ਰਾਈਟ ਨਹੀਂ ਹੋਏਗਾ ਕਿ ਉਹ ਇਹ ਕਹੇ, ਉਹ ਕੋਈ ਵੀ ਕਹਿ ਸਕਦਾ ਇਹ ਤਾਂ ਜੀ ਮੇਰਾ ਹੀ ਹੈ, ਮੈਂ ਇਹਨਾਂ ਨੂੰ ਬਿਆਨਾ ਨਹੀਂ, ਉਹ ਕਹਿੰਦੇ ਜੀ ਮੈਂ ਤਾਂ ਪਿਛਲੇ ਇੰਨੇ ਸਾਲਾਂ ਤੋਂ ਰਹਿੰਦਾ ਆ ਰਿਹਾ। ਐਗਜ਼ੈਕਟਲੀ ਉਹ ਚੀਜ਼ਾਂ ਜੇ ਹੁਣ ਤੁਸੀਂ ਦੁਬਾਰਾ ਉਹਨੂੰ ਕਰਨਾ, ਉਹਨੂੰ ਭਾਈ ਤੁਹਾਨੂੰ ਰਹਿਣਾ ਇਹ ਵਾਲਾ ਐਗਰੀਮੈਂਟ ਸਾਈਨ ਕਰ ਦੇ, ਲੀਵ ਐਂਡ ਲਾਇਸੈਂਸ ਐਗਰੀਮੈਂਟ। ਸੋ ਏਦਾਂ ਬਹੁਤ ਸਾਰੇ ਤਰੀਕੇ ਨੇ ਜਿਹਦਾ ਨਾਲ ਤੁਸੀਂ ਆਪਣੇ ਪ੍ਰੋਪਰਟੀਜ਼ ਨੂੰ ਬਚਾ ਸਕਦੇ ਹੋ। ਪਰ ਉਹਦੇ ਲਈ ਤੁਹਾਨੂੰ ਇੱਕ ਕਾਨੂੰਨੀ ਐਕਸਪਰਟ ਦੀ ਗਾਈਡੈਂਸ ਲੈਣੀ ਚਾਹੀਦੀ ਹੈ, ਜੋ ਕਿ ਅਸੀਂ ਬੜਾ ਡਰਦੇ ਹਾਂ ਕਿ ਪਤਾ ਨਹੀਂ ਸਾਡੇ ਤੋਂ ਕਿੰਨੀ ਫੀਸ ਲੈ ਲੈਣਗੇ। ਪਰ ਮੈਂ ਇਹ ਕਹਾਂਗੀ ਕਿ ਤੁਸੀਂ ਕੈਨੇਡਾ 'ਚ ਵੀ ਹਰ ਕੰਮ ਲਾਅ ਦੇ ਅਰਾਊਂਡ ਕਰਦੇ ਹੋ, ਲਾਇਰਸ ਨੂੰ ਕਰਦੇ ਹੋ, ਜਾਂ ਜਿਹੜੇ ਵੀ ਤੁਹਾਡੇ ਸਰਟੀਫਾਈਡ ਲਾਇਸੈਂਸ ਪ੍ਰੈਕਟਿਸ ਰੈਗੂਲੇਟਰਸ ਹੈ, ਜਿਹੜੇ ਵੀ ਤੁਹਾਡੇ ਰੈਗੂਲੇਟਰਸ ਹੈ, ਤੁਸੀਂ ਉਹਨਾਂ ਨੂੰ ਯੂਜ਼ ਕਰਦੇ ਹੋ। ਉੱਥੇ ਵੀ ਇੰਡੀਆ 'ਚ ਤਾਂ ਖਾਸ ਤੌਰ ਤੇ ਵਕੀਲਾਂ ਨੂੰ ਪ੍ਰੋਫੈਸ਼ਨਲ ਐਡਵਾਈਸ ਲੈ ਬਿਨਾ ਕੁਝ ਨਾ ਕਰੋ ਅਗਰ ਆਪਣੀਆਂ ਪ੍ਰਾਪਰਟੀਆਂ ਨੂੰ ਤੁਸੀਂ ਪ੍ਰੋਪਰਲੀ। ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ ਰਹੀ ਹੈ, ਹੁਣ ਜਿਵੇਂ ਅਸੀਂ ਉੱਥੇ ਜ਼ਮੀਨਾਂ ਛੱਡ ਕੇ ਆਏ ਹਾਂ, ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਅਸੀਂ ਠੇਕੇ ਤੇ ਦਿੱਤੀਆਂ, ਕਈ ਨੂੰ ਮਾਮਲਾ ਕਹਿੰਦੇ ਨੇ ਜੀ ਮਾਮਲੇ ਤੇ ਦਿੱਤੀਆਂ ਹੋਈਆਂ ਨੇ, ਉਹ ਇੱਕ ਬੰਦੇ ਨੂੰ ਅਸੀਂ ਦੇਖ ਕੇ ਆਉਂਦੇ ਹਾਂ, ਅਸੀਂ ਕੋਈ ਉਹਦਾ ਬਹੁਤਾ ਲਿਖ ਪੜ੍ਹ ਤਾਂ ਨਹੀਂ ਕਰਦੇ। ਮੈਨੂੰ ਲੱਗਦਾ, ਮੈਨੂੰ ਆਪਣੀ ਫੈਮਿਲੀ ਦਾ ਪਤਾ, ਹਰ ਸਾਲ ਉਹਨੂੰ ਕਹਿੰਦੇ ਆ ਬਈ ਹੁਣ ਕਿੰਨੀ ਵੱਧ ਗਈ, 2000 ਵੱਧ ਗਈ, ਅੱਜ ਕਿੱਲੇ ਦਾ ਚੱਲ ਬਈ ਉਹ ਤੋਂ ਵਧਾ ਦੇ, ਹਨਾ, ਤੇ ਮੂੰਹ ਜ਼ਬਾਨੀ ਹੁੰਦਾ। ਡਜ਼ ਇਟ ਵਰਕ ਕਿ ਜਾਂ ਕੋਈ ਇਹਦਾ ਵੀ ਕੋਈ ਕਾਗਜ਼ ਪੱਤਰ ਹੁੰਦਾ? ਮੈਂ ਵੈਸੇ ਓਪਨ ਟੀਵੀ ਤੇ ਕਹੂੰਗੀ, ਲੇਕਿਨ ਮੈਂ ਬਿਕੋਜ਼ ਇੱਥੇ ਸੋਲੂਸ਼ਨ ਦੇਣ ਲਈ ਬੈਠੀ ਹਾਂ। ਜ਼ਮੀਨਾਂ ਲਈ ਗੁਰਚਰਨ ਜੀ ਰੋਲ ਲਾਅ ਅਲੱਗ ਹੈ, ਉੱਥੇ ਮੈਂ ਨਹੀਂ ਕਹੂੰਗੀ ਕਿ ਤੁਸੀਂ ਕੁਝ ਜ਼ਿਆਦਾ ਲਿਖ ਪੜ੍ਹ ਕਰੋ। ਉਹ ਇਸ ਲਈ ਕਿ ਉਹਦਾ ਹੱਕ ਬਣ ਜਾਂਦਾ ਹੈ, ਉਹਦਾ ਕਬਜ਼ਾ ਬਣ ਜਾਂਦਾ ਹੈ। ਤੁਸੀਂ ਨਾ ਸ਼ੋ ਕਰੋ ਕਿ ਕੋਈ ਹੋਰ ਕਬਜ਼ੇ ਤੇ ਹੈ, ਕਿਉਂਕਿ ਕਬਜ਼ਾ ਫਿਰ ਛੁਡਾਉਣ ਵਾਲਾ ਬਹੁਤ ਲੰਬਾ ਹੈ। ਸੋ ਜ਼ਮੀਨਾਂ ਤਾਂ ਏਦਾਂ ਹੀ ਵਰਬਲ ਪੇਜ ਤੇ ਚੱਲਦੀਆਂ ਨੇ। ਦੇਖੋ ਆਪਣੀ ਵਿਰਾਸਤੀ ਜ਼ਮੀਨ ਦੇ ਕਾਗਜ਼ ਹੈਗੇ ਨੇ ਕਿਉਂਕਿ ਤੁਹਾਡੀ ਓਨਰਸ਼ਿਪ ਹੈਗੀ ਹੈ, ਤੇ ਬਹੁਤੀ ਦੇਰ ਬੰਦਾ ਲਾਸਟ ਨਹੀਂ ਕਰ ਸਕਦਾ। ਜਦੋਂ ਉਹਨੂੰ ਨੋਟਿਸ ਪ੍ਰੋਪਰ ਦਿੱਤਾ ਵੀ ਅਗਲੀ ਫਸਲ ਤੂੰ ਨਾ ਲਗਾ, ਤੇ ਉਹਨੂੰ ਖਾਲੀ ਕਰਨੀ ਪੈਂਦੀ ਹੈ। ਥੋੜਾ ਬਹੁਤ ਤੰਗ ਕਰਦਾ ਹੈ ਪਰ ਉਹ ਜ਼ਿਆਦਾ ਚੱਲਦਾ ਨਹੀਂ। ਪਰ ਉਹਨੂੰ ਉਹਦੇ ਨਾਲ ਕੋਈ ਐਗਰੀਮੈਂਟ ਕਰਨਾ ਤੁਹਾਡੇ ਲਈ ਬਹੁਤ ਅੱਛਾ ਨਹੀਂ ਹੋ ਸਕਦਾ। ਪਰ ਜਿੱਥੇ ਘਰ ਹੈ, ਦੁਕਾਨ ਹੈ, ਕੋਈ ਕਮਰਸ਼ੀਅਲ ਬਿਲਡਿੰਗ ਹੈ, ਔਰ ਉੱਥੇ ਤੁਸੀਂ ਕਿਸੇ ਨੂੰ ਬਿਠਾ ਰਹੇ ਹੋ ਔਰ ਤੋਂ ਪੈਸੇ ਨਹੀਂ ਲੈ ਰਹੇ, ਤੇ ਉਹਨੂੰ ਲਾਇਸੈਂਸ ਐਗਰੀਮੈਂਟ ਕਰੋ। ਪੈਸੇ ਲੈ ਰਹੇ ਹੋ ਤਾਂ ਫਿਰ ਪ੍ਰੋਪਰ ਇੱਕ ਰੈਂਟ ਐਗਰੀਮੈਂਟ ਕਰੋ। ਬਿਲਕੁਲ, ਬਹੁਤ ਹੀ ਅੱਛਾ, ਬਹੁਤ ਹੀ ਵਧੀਆ। ਮਤਲਬ ਕਿ ਇਹ ਗੱਲ ਜਿਹੜੀ ਹੈਗੀ ਹੈ ਪਾਏਦਾਰ ਗੱਲ ਹੈ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ ਹੁੰਦਾ, ਤੇ ਵੈਸੇ ਤਾਂ ਕਹਿੰਦੇ ਹੁੰਦੇ ਕਿ ਇਗਨੋਰੈਂਸ ਆਫ ਲਾਅ ਇਜ਼ ਨੋਟ ਐਕਸਕਿਊਜ਼ ਨਹੀਂ ਹੁੰਦਾ, ਨੋ ਐਕਸਕਿਊਜ਼ ਨਹੀਂ ਹੁੰਦਾ। ਪਰ ਫਿਰ ਵੀ ਕਈ ਵਾਰੀ ਅਸੀਂ ਐਵੇਂ ਗੁੱਡ ਫੇਥ ਦੇ ਉੱਪਰ ਹੀ ਕਰ ਲੈਂਦੇ ਹਾਂ ਵੀ ਚੱਲ ਕੋਈ ਨਾ, ਕੀ ਫਰਕ ਪੈਂਦਾ, ਪਤਾ ਨਹੀਂ ਲੱਗਦਾ, ਹੈ ਨਾ। ਤੇ ਇੱਕ ਮੈਂ ਹੋਰ ਤੁਹਾਡੇ ਕੋਲ ਇੱਕ ਪੁੱਛਣਾ ਚਾਹੁੰਦੀ ਹਾਂ ਕਿ ਫਰਜ਼ ਕਰੋ ਉੱਥੇ ਅਸੀਂ ਕੋਈ ਆਪਣੀ ਪ੍ਰਾਪਰਟੀ ਸੇਲ ਕਰਦੇ ਆ ਹੈ ਨਾ, ਤਾਂ ਉਸ ਵੇਲੇ ਜਿਹੜੇ ਪੈਸੇ ਹੁੰਦੇ ਨੇ, ਰਾਈਟ, ਜਿੰਨੇ ਉਹਦੇ ਪੈਸੇ ਸਾਨੂੰ ਮਿਲਦੇ ਨੇ, ਉਹਨਾਂ ਨੂੰ ਕਿਸ ਢੰਗ ਦੇ ਨਾਲ ਅਸੀਂ ਜਿੱਥੇ ਰਹਿੰਦੇ ਆ, NRIs ਹੈਗੇ ਆ, ਚਾਹੇ ਅਮਰੀਕਾ, ਕੈਨੇਡਾ, ਕਿਸੇ ਵੀ ਕੰਟਰੀ 'ਚ ਰਹਿੰਦੇ ਆ, ਤੇ ਉਹਨਾਂ ਦੇ ਉੱਥੋਂ ਦੇ ਪੈਸਿਆਂ ਨੂੰ ਇੱਥੇ ਸ਼ਿਫਟ ਕਰਨ ਦੇ ਵਿੱਚ ਕਿੰਨੀਆਂ ਕੁ ਅੜਚਣਾਂ ਆਉਂਦੀਆਂ ਨੇ? ਇਹ ਵੀ ਇੱਕ ਬੜਾ ਵੱਡਾ ਮਸਲਾ ਹੈ। ਪਿਛਲੇ ਕੁਝ ਸਾਲਾਂ ਤੋਂ ਤੇ ਹਰ ਬਹੁਤ ਹੀ ਜ਼ਿਆਦਾ ਹੋ ਗਿਆ ਜਦੋਂ ਗਵਰਨਮੈਂਟ ਨੇ ਆਪਣਾ ਸ਼ਿਕੰਜਾ ਚੰਗਾ ਕੱਸਿਆ। ਦੇਖੋ, ਗਵਰਨਮੈਂਟ ਨੇ ਸ਼ਿਕੰਜਾ ਨਹੀਂ ਕੱਸਿਆ, ਗਵਰਨਮੈਂਟ ਨੇ ਬਹੁਤ ਸਾਰੀਆਂ ਚੀਜ਼ਾਂ ਉੱਥੇ ਸਟ੍ਰੇਟ ਲਾਈਨ ਕੀਤੀਆਂ। ਮੈਂ ਡਿਫਰੈਂਸ ਦੱਸਣਾ ਚਾਹੁੰਦੀ। ਉੱਥੇ ਸਿਸਟਮਸ ਬਣਨੇ ਸ਼ੁਰੂ ਹੋ ਗਏ, ਸਾਨੂੰ ਤਕਲੀਫ ਸ਼ੁਰੂ ਹੋ ਗਈ। ਖੁਸ਼ੀ ਦੀ ਗੱਲ ਹੈ, ਸਾਨੂੰ ਤਕਲੀਫ ਸ਼ੁਰੂ ਹੋ ਗਈ ਕਿਉਂਕਿ ਹੁਣ ਇੰਡੀਆ ਇੰਨਾ ਆਸਾਨ ਨਹੀਂ ਰਿਹਾ। ਹੁਣ ਪੈਸੇ ਦੀ ਜਿਹੜੀ ਗੱਲ ਹੈ, ਦੇਖੋ, ਅਗਰ ਤਾਂ ਪੈਸਾ ਸੋਰਸ ਆਫ ਫੰਡ ਜ਼ਰੂਰ ਦੱਸਣਾ। ਹੁਣ ਤੁਹਾਡਾ ਉੱਥੇ ਬੈਂਕ 'ਚ ਪੈਸਾ ਪਿਆ, ਠੀਕ ਹੈ, ਕਿਹੜੇ ਤੁਸੀਂ NRI ਹੋ, ਤੁਸੀਂ ਸਧਾਰਨ ਬੈਂਕ ਅਕਾਊਂਟ 'ਚ ਰੱਖਿਆ ਹੋਇਆ, ਠੀਕ ਹੈ, ਉਹ ਸਧਾਰਨ ਬੈਂਕ ਅਕਾਊਂਟ। ਹੁਣ ਮੈਂ ਜਿਵੇਂ ਪੈਨਸ਼ਨਰ ਆ, ਉੱਥੇ ਮੇਰਾ ਇੱਕ ਸਧਾਰਨ ਬੈਂਕ ਅਕਾਊਂਟ 'ਚ ਹੈ ਕਿਉਂਕਿ ਤੇ ਪੈਨਸ਼ਨ ਮੇਰੀ ਆਉਣੀ ਹੈ ਸਧਾਰਨ। ਜੇ ਤੁਹਾਡਾ ਪੈਨਸ਼ਨ, ਹਾਂ, ਉਹਦਾ ਮੈਂ ਮਤਲਬ ਐਗਜ਼ਾਮਪਲ ਦੇ ਰਹੀ ਹਾਂ। ਵੈਸੇ ਦੇਖੋ, ਫਰਜ਼ ਕਰੋ ਮੈਂ ਪੈਨਸ਼ਨਰ ਆ, ਮੇਰਾ ਪੈਸਾ ਉੱਥੇ ਉਹ ਵੀ ਤੁਸੀਂ ਪ੍ਰੋਪਰ NRI ਅਕਾਊਂਟ ਖੋਲ ਕੇ ਉਹਨਾਂ ਨੂੰ ਦੱਸ ਸਕਦੇ ਹੋ ਕਿ ਮੈਂ ਹੁਣ NRI ਆ, ਮੇਰਾ ਇਹ ਅਕਾਊਂਟ ਹੈ, ਇਹ ਮੇਰਾ NRO ਅਕਾਊਂਟ ਹੈ, NRE ਅਕਾਊਂਟ ਹੈ। ਉਸੇ ਬੈਂਕ 'ਚ ਹਰ ਬੈਂਕ ਖੋਲ ਦਿੰਦਾ, ਤੇ ਉਸੇ 'ਚ ਤੁਸੀਂ ਉਹਨੂੰ ਸਧਾਰਨ ਤੋਂ NRE NRO। ਪਰ ਬਹੁਤ ਸਾਰੇ ਲੋਕਾਂ ਨੇ ਸਧਾਰਨ ਬੈਂਕ ਅਕਾਊਂਟ 'ਚ ਪੈਸੇ ਰੱਖੇ ਹੁੰਦੇ ਨੇ। ਕਿਉਂਕਿ ਇਹ ਚੀਜ਼ ਮੈਨੂੰ ਲੱਗਦਾ ਕਿ ਜਦੋਂ ਤੁਹਾਡੇ ਨਾਲ ਗੱਲ ਕੀਤੀ ਤੇ ਤਾਂ ਹੀ ਪਤਾ ਲੱਗਾ। ਹਾਂ, ਹੋ ਸਕਦਾ ਮੈਨੂੰ ਜਾਂ ਮੇਰੇ ਵਰਗਿਆਂ ਹੋਰਾਂ ਨੂੰ ਨਾ ਪਤਾ, ਨਹੀਂ ਪਤਾ।
ਸੋ ਮੈਨੂੰ ਲੱਗਦਾ ਹੈ ਕਿ ਪਹਿਲੀ ਗੱਲ, ਜੇ ਤੁਸੀਂ ਇੱਥੇ ਰਹਿੰਦੇ ਹੋ ਤੇ ਉੱਥੇ ਸਧਾਰਨ ਬੈਂਕ ਅਕਾਊਂਟ ਰੱਖਣ ਦਾ ਤੁਹਾਡਾ ਕੋਈ ਮਤਲਬ ਹੀ ਨਹੀਂ ਹੈ। ਨਹੀਂ, ਸਧਾਰਨ ਬੈਂਕ ਅਕਾਊਂਟ ਰੈਜ਼ੀਡੈਂਟਸ ਲਈ ਹੁੰਦਾ ਹੈ, ਨਾਨ ਰੈਜ਼ੀਡੈਂਟਸ। ਜਦੋਂ ਅਸੀਂ ਉੱਥੇ ਰਿਟਾਇਰ ਹੋਏ ਆ, ਮੈਂ ਐਗਜ਼ਾਮਪਲ ਦੇ ਰਹੀ ਆਪਣੇ ਰਿਟਾਇਰੀਜ਼, ਉਦੋਂ ਸਾਡਾ ਅਕਾਊਂਟ ਜਿਹੜਾ ਸੀਗਾ ਉੱਥੇ ਸਧਾਰਨ ਨਹੀਂ ਸੀਗਾ, ਕਿਉਂਕਿ ਅਸੀਂ ਉੱਥੇ ਰਿਟਾਇਰ ਹੋਏ, ਉੱਥੇ ਸਾਡੀ ਪੈਨਸ਼ਨ ਜਮਾ ਹੁੰਦੀ ਰਹੀ, ਐਂਡ ਇਟ ਇਜ਼ ਗੋਇੰਗ ਔਨ। It should not go on. Okay. You should, if you are asking me the law, then according to law, when you shifted here, your status changed. When your status changed, your bank account should also change. ਅੱਛਾ, ਕੀ ਨੁਕਸਾਨ ਹੈ ਜੀ ਅਗਰ ਅਸੀਂ ਉੱਤੇ ਸਧਾਰਨ ਚ ਰੱਖਦੇ ਆ ਤੇ ਜੇ ਅਸੀਂ NRO ਜਾਂ NRI ਅਕਾਊਂਟ ਜਿਹੜਾ ਨਹੀਂ ਖੋਲਦੇ, ਉਹਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਇਨ ਦਾ ਲੌਂਗ ਰਨ? ਸਭ ਤੋਂ ਪਹਿਲਾਂ ਤਾਂ ਉਹਨੂੰ ਐਕਸੈਸ ਕਰਨ ਲਈ ਤੁਹਾਨੂੰ ਆਧਾਰ ਕਾਰਡ ਚਾਹੀਦਾ ਹੈ। ਤੁਹਾਨੂੰ ਐਜ਼ ਐਨ NRI ਤੁਹਾਨੂੰ ਆਧਾਰ ਕਾਰਡ ਨਹੀਂ ਹੋਣਾ ਚਾਹੀਦਾ ਤੁਹਾਡੇ ਕੋਲ, ਬਿਕੋਜ਼ ਇਟ ਇਜ਼ ਨਾਟ ਫॉर ਯੂ। ਆਧਾਰ ਕਾਰਡ ਇੰਡੀਅਨਸ ਵਾਸਤੇ ਹੈ, ਲੋਕੀ ਬਣਾ ਲੈਂਦੇ ਆ, ਸਿਰਫ ਇਸ ਅਕਾਊਂਟਸ ਵਾਸਤੇ ਬਣਾ ਲੈਂਦੇ ਆ। ਸੈਕੰਡਲੀ, ਉਹ ਪੈਸਾ ਤੁਸੀਂ ਬਾਹਰ ਬੈਂਕ ਟੂ ਬੈਂਕ ਕਿੱਦਾਂ ਰੀਪੈਟਰੀਏਟ ਕਰੋਗੇ? that's the big question, that's the biggest question। ਅਸੀਂ ਉੱਥੇ ਜਾ ਕੇ ਖਰਚ ਕਰ ਸਕਦੇ ਹੋ, ਉੱਥੇ ਖਰਚ ਕਰ ਸਕਦੇ ਹੋ, ਉਹਨੂੰ ਕੈਸ਼ ਵਿਡਰਾਅ ਕਰ ਸਕਦੇ ਹੋ, ਐਂਡ ਦੈਟਸ ਆਲ। ਜਿੰਨਾ ਕੋ ਥੋੜਾ ਜਿਹਾ $5,000 $10,000 ਜੋ ਤੁਸੀਂ ਨਾਲ ਲਿਆ ਸਕਦੇ ਹੋ, ਉਹ ਤੁਸੀਂ ਉਹਦੇ ਚੋਂ ਲਿਆਓ। ਬਾਕੀ ਇੱਥੇ ਵੀ ਤੁਹਾਨੂੰ ਫਿਰ ਉਹ ਕੈਸ਼ ਹੀ ਆਏਗਾ। ਇੱਥੇ ਜਿੰਨਾ ਕੁ ਸਲੈਬ ਹੈਗੀ ਹੈ ਆਪਣੀ ਬੈਂਕ ਅਕਾਊਂਟ 'ਚ ਜਮਾ ਕਰਾਉਂਦੇ ਜਾਓ, ਜਾਂ ਜੋ ਵੀ ਤੁਸੀਂ ਇੱਥੇ ਕਰਨਾ ਹੈ, ਬਟ ਉਹ ਕੈਸ਼ ਰਹਿ ਜਾਏਗਾ। ਉਹਨੂੰ ਤੁਸੀਂ ਬੈਂਕ ਟੂ ਬੈਂਕ ਰੀਪੈਟਰੀਏਟ ਨਹੀਂ ਕਰ ਸਕਦੇ ਅਗਰ ਜ਼ਿਆਦਾ ਪੈਸਾ ਹੈ। ਤੇ ਜੇ ਹੁਣ ਜਿਵੇਂ ਇੱਕ ਬਿਗ ਅਮਾਉਂਟ ਸਾਡੇ ਕੋਲ ਆ ਗਿਆ, ਫਰਜ਼ ਕਰੋ ਲੈਂਡ ਸੇਲ ਕੀਤੀ ਹੈ, ਫਰਜ਼ ਕਰੋ ਘਰ ਸੈਲ ਕੀਤਾ ਸੀ, ਤਾਂ ਉਸ ਵੇਲੇ ਫਿਰ ਤੁਸੀਂ ਕਿਸ ਢੰਗ ਦੇ ਨਾਲ ਕੀ ਹੁੰਦਾ ਉਹਦਾ ਹਿਸਾਬ ਕਿਤਾਬ? ਇੱਥੇ ਉਹ ਤਾਂ 100% ਤੁਹਾਨੂੰ NRI अकाउंट्स दोनों खोलने पैणगे और पैसा उहदे च ही जाएगा। और फिर प्रॉपर पेपर वर्क जिहदे च प्रूफ ऑफ फंड्स, इनकम टैक्स उहदा पे कीता है कि नहीं, CA सर्टिफिकेट, फॉर्म्स हुंदे हैं 2 CA दे, ਉਹ ਸਾਰੇ ਪ੍ਰੋਪਰ ਇੱਕ ਟ੍ਰੇਲ ਪੇਪਰ ਵਰਕ ਦੀ ਤੁਹਾਨੂੰ ਬਣਾਉਣੀ ਪਏਗੀ। ਔਰ ਉਹਦੇ ਬੇਸ ਦੇ ਉੱਤੇ ਤੁਸੀਂ ਉਹ ਬੈਂਕ 'ਚ ਦਿਓਗੇ, ਪਹਿਲਾਂ ਪੈਸਾ ਜਮ੍ਹਾਂ ਕਰਾਓਗੇ, ਫਿਰ ਉਹ ਬੈਂਕ ਨੂੰ ਦਿਓਗੇ, ਫਿਰ ਬੈਂਕ ਨੂੰ ਇੰਸਟਰਕਸ਼ਨਸ ਦਿਓਗੇ ਕਿ ਇਹ ਪੈਸਾ ਮੇਰਾ ਕੈਨੇਡਾ ਦੇ ਇਸ ਬੈਂਕ 'ਚ ਰੀਪੈਟਰੀਏਟ ਕਰ, ਤੇ ਉਹ ਰੀਪੈਟਰੀਏਟ ਹੋਏਗਾ। ਅਗਰ ਉਸ ਟ੍ਰੇਲ 'ਚੋਂ ਕੁਛ ਵੀ ਮਿਸਿੰਗ ਹੈ ਤੇ ਬੈਂਕ ਤਾਂ ਵੈਸੇ ਹੀ ਚਾਹੁੰਦੇ ਕਿ ਉਹਨਾਂ ਤੋਂ ਪੈਸਾ ਬਾਹਰ ਜਾਏ, ਤੇ ਉਹ ਰੋਕ ਲੈਂਦੇ ਨੇ। ਪਲੱਸ ਹੁਣ ਗਵਰਨਮੈਂਟ ਆਫ ਇੰਡੀਆ, ਮਤਲਬ ਇਹਦੇ ਲਈ ਸਾਨੂੰ ਫਿਰ ਲੀਗਲ ਸਰਵਿਸਿਜ਼ ਦੀ ਲੋੜ ਐਬਸੋਲੂਟਲੀ ਲੋੜ ਹੈਗੀ ਹੈ। ਔਰ ਇੰਨੀਆਂ ਕੰਪਲਾਇੰਸਿਸ ਹੈ ਹੁਣ ਗੁਰਚਰਨ ਜੀ, ਦੈਟ ਉਹ ਕੰਪਲਾਇੰਸਿਸ ਮੀਟ ਕਰਨ ਵਾਸਤੇ ਤੁਹਾਨੂੰ ਇੱਕ ਪ੍ਰੋਫੈਸ਼ਨਲ ਐਕਸਪਰਟ ਦੀ ਲੋੜ ਹੈ। ਬਹੁਤ ਸਾਰੇ ਲੋਕ ਰੀਅਲ ਏਸਟੇਟ ਬ੍ਰੋਕਰ ਯੂਜ਼ ਕਰ ਲੈਂਦੇ, ਉੱਥੇ ਹੀ ਪੰਗਾ ਪੈ ਜਾਂਦਾ, ਕਿਉਂਕਿ ਅਗਰ ਤੁਸੀਂ ਪ੍ਰੋਪਰ ਪੇਪਰ ਵਰਕ ਦੀ ਟ੍ਰੇਲ ਨਹੀਂ ਕੀਤੀ ਤੇ ਤੁਹਾਨੂੰ ਬਾਹਰ ਪੈਸਾ ਲਿਜਾਣ 'ਚ ਮੁਸ਼ਕਿਲ ਆ ਸਕਦੀ। ਤੁਸੀਂ ਹੁਣ ਇੱਕ ਗੱਲ ਕੀਤੀ ਕਿ ਇੱਕ ਸਿਸਟਮ ਡਿਵੈਲਪ ਹੋ ਰਿਹਾ ਇੰਡੀਆ ਦੇ ਵਿੱਚ ਕਿ ਮਨੀ ਜਿਹੜਾ ਉਹਨੂੰ ਰਿਟੇਨ ਕੀਤਾ ਜਾਵੇ ਵੱਧ ਤੋਂ ਵੱਧ ਇੰਡੀਆ ਦੇ ਵਿੱਚ, ਰਾਈਟ? ਆਈ ਥਿੰਕ this is what that's not correct. What is the correct is that it is not very easy that you can get the money straight out of India. Government has made certain guidelines, ਉਹਨਾਂ ਦੀਆਂ compliances ਹੈ proper, ਉਹ compliances ਨੂੰ ਹੁਣ strict ਹੋ ਗਏ ਹੈ, ਉਹ tick mark ਕਰਨੀ ਪੈਂਦੀ ਹੈ, ਉਹ tick mark ਹੋਏਗੀ ਤੇ ਆਏਗੀ। according to law ਤੁਸੀਂ ਅਗਰ ਚੱਲੋਗੇ it's very easy, ਪਰ ਅਗਰ ਤੁਸੀਂ ਕਿਤੇ ਵੀ ਆਪਣੀ ਸਹੂਲੀਅਤ ਲਈ law ਨੂੰ bend ਕਰੋਗੇ, ਜਾਂ ਤੁਹਾਨੂੰ ਨੌਲੇਜ ਨਹੀਂ ਹੈ, ਜਾਂ ਤੁਸੀਂ ਠੀਕ ਪ੍ਰੋਫੈਸ਼ਨਲ ਐਡਵਾਈਸ ਨਹੀਂ ਲਿੱਤੀ, ਤੇ ਤੁਹਾਨੂੰ ਪ੍ਰੋਬਲਮ ਆ ਜਾਏ। ਹਾਂ, ਇੱਕ ਹੋਰ ਕੁਐਸਚਨ ਇਸ ਤੋਂ ਪਹਿਲਾਂ ਕਿ ਆਪਾਂ ਬ੍ਰੇਕ ਤੇ ਜਾਈਏ। ਜਿਵੇਂ ਹੁਣ ਫਰਜ਼ ਕਰੋ ਕੋਈ ਆਪਣੀ ਪ੍ਰਾਪਰਟੀ ਸੇਲ ਕਰਦਾ, ਆਪਾਂ ਜਾਣਦੇ ਹਾਂ, ਅਸੀਂ ਇੱਥੇ ਵੀ ਕਹਿੰਦੇ ਹੁੰਦੇ ਹਾਂ ਕਿ ਸਾਡਾ ਘਰ ਇੰਨੇ ਦਾ, ਬਟ ਇਹ ਵਿਕਣਾ ਇੰਨੇ ਦਾ, ਹੈ ਨਾ? ਇੱਕ ਤਾਂ ਸਿਟੀ ਪ੍ਰਾਈਸ ਉਹਦੀ ਕੱਢਦੀ ਹੈ, ਹਰ ਸਾਲ ਕੱਢਦੀ ਹੈ ਕਿ ਇਹ ਘਰ ਜਿਹੜਾ ਨਾ ਇਹਦੀ ਤੁਹਾਡੀ ਇੰਨੀ ਪ੍ਰਾਈਸ ਹੋ ਗਈ ਹੈ, ਬਟ ਵੀ ਆਲਵੇਜ਼ ਐਕਸਪੈਕਟ ਕਿ ਸਾਡੀ ਇਹਦੋਂ ਵੱਧ ਦਾ ਵਿਕਣਾ। ਸਿਮਿਲਰਲੀ ਇਟ ਇਜ਼ ਇਨ ਇੰਡੀਆ ਕਿ ਅਸੀਂ ਚੀਜ਼ਾਂ ਜਦੋਂ ਕੋਈ ਵੇਚਦੇ ਆ, ਉਹਦਾ ਇੰਨੀ ਪ੍ਰਾਈਸ ਹੈਗੀ ਹੈ ਜੀ, ਜਿਹਦੇ ਰਜਿਸਟਰੀ ਕਰਾਉਂਦੇ ਨੇ ਉਹਦੇ ਉੱਪਰ ਪੈਸੇ ਹੁੰਦੇ ਨੇ। ਜੇ ਹੁਣ ਤੁਸੀਂ ਸਾਰਾ ਸੋਚੋ ਕਿ ਅਸੀਂ ਥਰੂ ਦਾ ਬੈਂਕ ਲੈ ਕੇ ਆਉਣਾ, ਇਜ਼ ਇਟ ਪੋਸੀਬਲ? ਨਾਟ ਪੋਸੀਬਲ। ਹਾਂ, ਅਗਰ ਤੁਸੀਂ ਇਹ ਤਾਂ ਮਤਲਬ ਜਿਹੜਾ ਬੈਂਕ ਦੇ ਰਾਹੀਂ ਆਊਗਾ, ਜਿਹੜਾ ਤੁਸੀਂ ਕਹਿੰਦੇ NRI ਜਾਂ NRO ਅਕਾਊਂਟ ਰਾਹੀਂ, ਉਹ ਤਾਂ ਫਿਰ ਉਹੀ ਆਊਗਾ ਜਿੰਨੀ ਦੀ ਰਜਿਸਟਰੀ ਹੋਈ ਜੀ ਜੀ। ਐਂਡ ਤੁਸੀਂ ਬੀਇੰਗ ਮੈਂ ਨਹੀਂ ਕਹਿੰਦੀ ਚਲੋ ਬਹੁਤ ਓਪਨ ਚ ਗੱਲ ਕਰੋ, ਬਟ ਇੰਨਾ ਮੈਨੂੰ ਦੱਸੋ ਕਿ ਕੀ ਇੱਥੋਂ ਵਾਂਗੂ ਕੋਈ ਪ੍ਰਾਈਸ ਉੱਥੇ ਵੀ ਜ਼ਿਆਦਾ ਹੁੰਦੀ ਹੈ ਤੇ ਹੁਣ ਕਈ ਘਟ ਜਾਂਦੀ ਹੈ? ਜਿਵੇਂ ਅਸੀਂ ਕਹਿੰਦੇ ਜੀ ਕਿੱਲਾ 20 ਲੱਖ ਦਾ ਵਿਕਦਾ, ਬਟ ਉਹ ਕਹਿੰਦੇ ਜੀ ਕੋਈ ਨਾ, ਹੈ ਤਾਂ ਮਾਰਕੀਟ ਪ੍ਰਾਈਸ ਤਾਂ ਹੈਗੀ ਜੀ 15 ਲੱਖ, ਅਸੀਂ ਤੁਹਾਨੂੰ 20 ਲੱਖ ਦਿੰਦੇ ਹਾਂ। ਉਹਦੇ ਚ ਗੁਰਚਰਨ ਜੀ ਕੋਈ ਵੀ ਛੁਪਾ ਨਹੀਂ ਹੈ। ਅੱਛਾ, ਜਿਹੜੇ ਤੁਸੀਂ ਕੰਮ ਕਰਦੇ ਹੋ, ਤੁਹਾਡੀ ਗੱਲ ਕਰ ਨਹੀਂ ਨਹੀਂ, ਬਿਲਕੁਲ ਸਿੰਪਲ ਗੱਲ ਹੈ। ਉੱਥੇ ਗਵਰਨਮੈਂਟ ਦੀ ਰਿਜ਼ਰਵ ਪ੍ਰਾਈਸ ਹੈ ਹਰ ਪ੍ਰਾਪਰਟੀ ਦੀ, ਮਾਰਕੀਟ ਵੈਲਿਊ ਉਹਦੀ ਜ਼ਿਆਦਾ ਹੁੰਦੀ ਹੈ, ਗਵਰਨਮੈਂਟ ਦੀ ਰਿਜ਼ਰਵ ਪ੍ਰਾਈਸ ਘੱਟ ਹੁੰਦੀ ਹੈ। ਤੇ ਲੋਕਾਂ ਨੇ ਸਟੈਂਪ ਡਿਊਟੀ ਬਚਾਉਣ ਵਾਸਤੇ ਜਨਰਲੀ ਕੀ ਹੁੰਦਾ ਹੈ, ਮਾਰਕੀਟ ਤੇ ਪੂਰੀ ਪ੍ਰਾਈਸ ਨਹੀਂ ਮਿਲਦੀ, ਉਹ ਜਿਹੜਾ ਉੱਥੇ ਨੋਰਮ ਹੈ, ਆਮ ਜੋ ਚੱਲਦਾ, ਉੱਥੇ ਜਿਹੜੀ ਉਹਦੀ ਜੋ ਰਿਜ਼ਰਵ ਪ੍ਰਾਈਸ ਹੈ ਉਹਦੇ ਤੇ ਰਜਿਸਟਰੀ ਕਰਾ ਦਿੰਦਾ ਹੈ ਬਾਹਰ। ਠੀਕ ਹੈ, ਤੁਹਾਨੂੰ ਕੈਸ਼ ਮਿਲਦਾ ਹੈ, ਉਹ ਕੈਸ਼ ਨੂੰ ਤੁਸੀਂ ਹੈਂਡਲ ਕਰਨਾ ਹੁੰਦਾ। ਜੇ ਤੁਸੀਂ ਕੈਸ਼ ਲੈ ਰਹੇ ਹੋ ਤੇ ਇਹ ਪ੍ਰੋਬਲਮ ਉੱਥੇ ਹੈ।
ਤੇ ਉਹ ਤੁਹਾਨੂੰ ਆਪਣੇ ਆਪ ਹੈਂਡਲ ਕਰਕੇ ਉਹ ਬੈਂਕ ਦੇ ਰਾਹੀਂ ਆ ਹੀ ਨਹੀਂ ਸਕਦਾ ਨਾ, ਬੈਂਕ ਦੇ ਰਾਹੀਂ ਆ ਹੀ ਨਹੀਂ ਸਕਦਾ। ਸੋ ਮਤਲਬ ਕੁਛ ਨਾ ਕੁਛ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਹੈਗੀਆਂ ਨੇ, ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿੰਨਾ ਹੋ ਸਕੇ ਉਹਨਾਂ ਕਲੀਨ ਥਰੂ ਹੋਣਾ ਚਾਹੀਦਾ। ਫਰਜ਼ ਕਰੋ ਕੋਈ ਬੰਦਾ ਫਰਾਡ ਹੀ ਕਰ ਲੈਂਦਾ, ਕੋਈ ਇਹੋ ਜਿਹੇ ਵੀ ਐਸਪੈਕਟ ਹੈਗੇ ਨੇ ਤਰੀਕੇ ਕਿ ਉਹ ਟ੍ਰੇਲ ਡਾਊਨ ਹੋ ਸਕਦਾ ਤੇ ਕਿੰਨੇ ਸਮੇਂ ਦੇ ਵਿੱਚ ਉਹਨੂੰ ਟਰੈਕ ਕਰ ਲੈਂਦੇ ਨੇ, ਉਹ ਇੰਜ ਦੀਆਂ ਚੀਜ਼ਾਂ ਹੈਗੀਆਂ। ਦੇਖੋ ਜੀ, ਮੈਂ ਚਾਹੁੰਦੀ ਹਾਂ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ, ਖੁੱਲ ਕੇ ਪਤਾ ਲੱਗੇ। ਬਿਲਕੁਲ ਦੇਖੋ, ਮੈਂ ਚੀਜ਼ ਵੇਚ ਆਈ ਹਾਂ, ਮੇਰੀ 30 ਲੱਖ ਦੀ ਸੀ, ਮੈਂ 40 ਲੱਖ ਦੀ ਵੇਚੀ, ਮੈਂ ਉਹਨੂੰ ਆਪਣੇ ਆਪ ਪਤਾ ਦਿਸ ਵੀ ਦੈਟ ਮੈਂ ਮਨੀ ਲੈ ਆਂਦਾ, ਬਥੇਰੇ ਤਰੀਕੇ ਨੇ, ਉਹ ਹੋ ਜਾਂਦਾ ਟਰੈਕ। ਬਿਲਕੁਲ ਬਿਲਕੁਲ ਟਰੈਕ ਹੋ ਜਾਂਦਾ ਹੈ, ਉਹ ਤਾਂ ਬਿਲਕੁਲ ਫੈਮਾ ਦੀ ਵਾਇਓਲੇਸ਼ਨ ਹੈ। ਔਰ ਅਗਰ ਉਹਨਾਂ ਨੂੰ ਪਤਾ ਚੱਲ ਗਿਆ ਕਿ ਤੁਸੀਂ ਗਲਤ ਤਰੀਕੇ ਨਾਲ ਪੈਸਾ ਲਿਆ ਰਹੇ ਹੋ, ਇਟ ਇਜ਼ ਅ ਕ੍ਰਾਈਮ। ਅਸ ਤਾਂ ਕਹਿੰਦੇ ਇੱਕ ਵਾਰੀ ਆ ਗਿਆ ਤੇ ਆ ਗਿਆ, ਫਿਰ ਕਿਹਨੇ ਪੁੱਛਣਾ। ਅਗਰ ਤੁਹਾਨੂੰ ਇੱਥੇ ਮਿਲ ਗਿਆ ਹੈ, ਉਹ ਬਾਅਦ ਚ ਵੀ ਤੁਸੀਂ ਉਹ ਬੰਦੇ ਫੜੇ ਜਾਣ ਔਰ ਉਹਨਾਂ ਤੋਂ ਅਗਰ ਡਿਟੇਲਸ ਮਿਲ ਜਾਣ ਤੇ ਤੁਹਾਨੂੰ ਇੱਕਦਮ ਨੋਟਿਸਸ ਆ ਜਾਂਦੇ ਫੈਮਾ ਦੇ। ਸੋ ਇਟ ਇਜ਼ ਨਾਟ ਈਜ਼ੀ ਕਿ ਤੁਸੀਂ ਉਸ ਚੈਨਲ ਦੇ ਰਾਹੀਂ ਪੈਸਾ ਲਿਆਓ, ਲੋਕ ਲਿਆਂਦੇ ਹੋਣੇ ਹੈ, ਬਟ ਇਟ ਇਜ਼ ਨਾਟ ਲੀਗਲ। ਮੈਂ ਦੈਟਸ ਵਾਟ ਮੈਂ ਉਹ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਹਾਂ, ਕਿਉਂਕਿ ਸਾਡੇ ਪੰਜਾਬੀ ਨੈਸ਼ਨਲ ਟੀਵੀ ਦਾ ਕੋਈ ਇੱਕ ਦਰਸ਼ਕ ਨਹੀਂ ਹੈ, ਲੱਖਾਂ ਦੀ ਗਿਣਤੀ ਚ ਦਰਸ਼ਕ ਨੇ, ਤੇ ਬਹੁਤ ਸਾਰਿਆਂ ਦੇ ਮਨਾਂ ਵਿੱਚ ਇਹੋ ਜਿਹੇ ਸਵਾਲ ਆਉਂਦੇ ਨੇ। ਅਗਲਾ ਕਹਿੰਦਾ ਵੀ ਠੀਕ ਹੈ ਜੀ, ਨਿਕਲੀ ਪਤਲੀ ਗਲੀ ਚੋਂ ਨਿਕਲਿਆ, ਇੱਕ ਵਾਰੀ ਨਿਕਲਿਆ, ਫਿਰ ਕਿਹਨੇ ਪੁੱਛਣਾ। ਬਟ ਦੈਟਸ ਵਾਟ ਆਈ ਵਾਂਟ ਟੂ ਮੇਕ ਕਲੀਅਰ ਕਿ ਕੀ ਇਹਦਾ ਜਿਵੇਂ ਸਿਸਟਮ ਚੇਂਜ ਹੋ ਰਿਹਾ, ਉਸ ਬਦਲਦੇ ਹੋਏ ਸਿਸਟਮ ਦੇ ਵਿੱਚ ਇਹਦਾ ਟਰੈਕਿੰਗ ਸਿਸਟਮ ਕੁਝ ਤੇਜ਼ ਹੋਇਆ। ਇਹਦਾ ਟਰੈਕਿੰਗ ਸਿਸਟਮ ਤੇਜ਼ ਹੈ ਜੀ, ਔਰ ਤੁਸੀਂ ਅਗਰ ਪ੍ਰੋਪਰ ਲੀਗਲ ਚੈਨਲਸ ਨਾਲ ਕੰਮ ਨਹੀਂ ਕਰੋਗੇ ਤੇ ਤੁਸੀਂ ਰਿਸਕ ਤਾਂ ਕੈਰੀ ਕਰਦੇ ਹੀ ਹੋ, ਠੀਕ ਹੈ। ਪਰ ਬਹੁਤ ਸਾਰੇ ਲੋਕ ਕਹਿੰਦੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਅਸੀਂ ਕੀ ਕਰ ਸਕਦੇ ਹਾਂ। ਇਹ ਤੁਸੀਂ ਦੇਖਣਾ ਹੈ ਕਿ ਤੁਹਾਡੇ ਕੋਲ ਕੀ ਆਪਸ਼ਨ ਹੈ। ਲੀਗਲ ਹਮੇਸ਼ਾ ਗੁਰਚਰਨ ਜੀ ਲੀਗਲ ਰਹਿੰਦਾ ਹੈ, ਔਰ ਨਾਨ ਇਲੀਗਲ ਹਮੇਸ਼ਾ ਇਲੀਗਲ, ਠੀਕ ਹੈ। ਤੇ ਤੁਸੀਂ ਜਦੋਂ ਇਲੀਗਲ ਕੁਝ ਵੀ ਕਰਦੇ ਹੋ, ਚਾਹੇ ਬੇਵਸੀਲੀ ਕਰੋ, ਚਾਹੇ ਕਿਉਂਕਿ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ, ਬਟ that is not excuse, no excuse, ਠੀਕ ਹੈ। that is what ਬਿਲਕੁਲ ਕੋਈ ਵੀ ਕੰਮ ਜਿਹੜਾ ਇਲੀਗਲ ਹੈ ਉਹ ਇਲੀਗਲ ਹੀ ਹੁੰਦਾ ਹੈ, ਇੰਨੀ ਦੀ ਜਿਹਦਾ ਵੀ ਕਹਿਣਾ। ਤੇ ਮੈਨੂੰ ਲੱਗਦਾ ਕਿ ਆਮ ਬੰਦਾ ਵੀ ਇਸ ਗੱਲ ਨੂੰ ਸਮਝਦਾ ਹੈ, ਪਰ ਅਸੀਂ ਕਿੰਨਾ ਕੋਲ ਇਲੀਗਲ ਤੋਂ ਕਰਨ ਤੋਂ ਬਚਣਾ ਹੈ ਤੇ ਕਿੰਨਾ ਕੋ ਸਾਡਾ ਜਿਹੜੀਆਂ ਜੜ੍ਹਾਂ, ਸਾਡਾ ਪ੍ਰੋਪਰਟੀਜ਼, ਸਾਡਾ ਬਹੁਤ ਚੀਜ਼ਾਂ ਜਿਹੜੀਆਂ ਨੇ ਉੱਥੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਪਈਆਂ ਨੇ, ਉਹਨਾਂ ਨੂੰ ਅਸੀਂ ਕਿਵੇਂ ਸਹੀ ਢੰਗ ਨਾਲ ਲੈ ਕੇ ਆਉਣਾ ਹੈ। ਇਸੇ ਵਾਸਤੇ ਹੁੰਦੀਆਂ ਨੇ ਲੀਗਲ ਸਰਵਿਸਿਜ਼, ਜਿਹੜੀਆਂ ਕਿ ਮੋਹਾਲੀ ਦੇ ਵਿੱਚ ਨਿਧੀ ਜੀ ਦਿੰਦੇ ਨੇ, ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਹਨਾਂ ਨੇ ਆਫਿਸ ਖੋਲ੍ਹੇ ਨੇ ਕਿ ਤਾਂ ਜੋ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕੋ। ਸੋ ਕੋਈ ਵੀ ਕੰਮ ਜਿਹੜਾ ਉਹਨੂੰ ਇਲੀਗਲ ਢੰਗ ਦੇ ਨਾਲ ਕਰਨ ਦੇ ਨਾਲੋਂ ਚੰਗਾ ਹੈ ਲੀਗਲੀ ਕੀਤਾ ਜਾਵੇ। ਇਹ ਮੈਂ ਨਹੀਂ ਕਹਿ ਰਹੀ, ਨਿਧੀ ਜੀ ਕਹਿ ਰਹੇ ਨੇ। ਮਿਲਦੇ ਆ ਫਿਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਅਸੀਂ ਹੋਰ ਅਗਾਂਹ ਆਪਣੀ ਗੱਲਬਾਤ ਨੂੰ ਵਧਾਵਾਂਗੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਵਿੱਚ। ਬਹੁਤ ਹੀ ਅਹਿਮ ਵਿਸ਼ੇ ਦੇ ਉੱਪਰ ਗੱਲਬਾਤ ਹੋ ਰਹੀ ਹੈ, ਤੇ ਨਿਧੀ ਜੀ ਹੁਣਾਂ ਨੇ ਨਿਚੋੜ ਕੱਢ ਕੇ ਰੱਖ ਦਿੱਤਾ ਬਈ ਲੀਗਲ ਕੰਮ ਕਰੋ, ਸੌਖੇ ਰਹੋਗੇ, ਰਾਤ ਨੂੰ ਸੌਖੀ ਨੀਂਦਰ ਆਊਗੀ। ਸੋ ਇੱਕ ਵਾਰੀ ਫੇਰ ਮੁੜਦੇ ਆ ਨਿਧੀ ਹੁਣਾਂ ਨਾਲ, ਤੇ ਗੱਲਬਾਤ ਕਿਸੇ ਹੋਰ ਪਾਸੇ ਨੂੰ ਮੋੜ ਕੇ ਲੈ ਕੇ ਜਾਂਦੇ ਆ। ਨਿਧੀ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ। ਨਿਧੀ ਤੁਸੀਂ ਬਹੁਤ ਹੀ ਖੂਬਸੂਰਤ ਕੰਮ ਕਰ ਰਹੇ ਹੋ, ਹਨਾ, ਤੇ ਮੈਨੂੰ ਲੱਗਦਾ ਕਿ ਆਮ ਔਰਤ ਨਹੀਂ ਇਹੋ ਜਿਹਾ ਕਰ ਸਕਦੀ। ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਮੈਂ ਕਿਵੇਂ ਮਦਦ ਕਰਨੀ ਹੈ, ਕਿਵੇਂ ਮੈਂ ਉਸ ਵਿਸ਼ੇ ਨੂੰ ਛੂਹਣਾ ਹੈ ਜਿਹਨੂੰ ਸ਼ਾਇਦ ਕੋਈ ਹੱਥ ਹੀ ਨਹੀਂ ਪਾਉਂਦਾ, ਤੇ ਇਹਦੇ ਨਾਲ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਪਹਿਲਾਂ ਨਾਲੋਂ ਜ਼ਿਆਦਾ ਤਾਕਤਵਰ ਮਹਿਸੂਸ ਕਰਦੇ ਹੋ? ਗੁਰਚਰਨ ਜੀ, ਇਹ ਬੜੀ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਕਿਸੇ ਵੀ ਕੰਮ ਨੂੰ ਕਰਨ ਲੱਗ ਜਾਂਦੇ ਹੋ ਤੁਹਾਡਾ ਕੌਨਫੀਡੈਂਸ ਵੱਧਦਾ ਹੈ। ਲੇਕਿਨ ਮੈਂ ਐਕਚੁਅਲੀ ਇਹ ਬੜੀ ਡਿਫਰੈਂਟ ਜੀ ਸਰਵਿਸਿਜ਼ ਆਪ ਵੀ ਕਈ ਵਾਰੀ ਸੋਚਦੀ ਹਾਂ ਕਿ ਕਿਸ ਤਰ੍ਹਾਂ ਇੱਕ ਬਿਲਕੁਲ ਹੀ ਨਾ ਬਿਲੋਂਗ ਕਰਦੇ ਹੋਏ ਕਿਸੇ ਵੈਸਟਰਨ ਕੰਟਰੀ 'ਚ, ਮੇਰੇ ਕੋਈ ਖਾਸ ਇੱਥੇ ਫੈਮਿਲੀ ਵੀ ਨਹੀਂ ਹੈ, ਕੋਈ ਰਿਸ਼ਤੇਦਾਰ ਵੀ ਨਹੀਂ ਹੈ, ਕਿਉਂਕਿ ਸਾਡੇ ਬਹੁਤ ਐਜੂਕੇਟਿਡ ਔਰ ਵੈਲ ਟੂ ਡੂ ਫੈਮਿਲੀ ਨੂੰ ਮੈਂ ਬਿਲੋਂਗ ਕਰਦੀ ਹਾਂ, ਤੇ ਉਹ ਲੋਕ ਸ਼ਾਇਦ ਬਾਹਰ ਇਮੀਗ੍ਰੇਸ਼ਨ ਨਹੀਂ ਲੈਂਦੇ, ਨਹੀਂ ਲਿੱਤਾ ਉਹਨਾਂ ਨੇ ਕਿਸੇ ਨੇ, ਤਾਂ ਮੇਰੀ ਕੋਈ ਇੰਨੀ ਫੈਮਿਲੀ ਵੀ ਨਹੀਂ ਸੀਗੀ। ਲੇਕਿਨ ਮੈਂ ਅਗਰ ਆਪਣੇ ਬਚਪਨ ਤੇ ਜਾਵਾਂ, ਔਰ ਅਸੀਂ ਇੰਪਾਵਰਮੈਂਟ ਦੀ ਗੱਲ ਕਰ ਰਹੇ ਹਾਂ ਕਿ ਵੀ ਲੇਡੀਜ਼ ਨੂੰ, ਵਿਮਨ, ਮੈਂ ਉਹ ਕਹਿਣਾ ਵੀ ਬਹੁਤ ਤੁਸੀਂ ਵਕੀਲ ਹੋ, ਠੀਕ, ਉੱਥੇ ਕਰੀ ਜਾਓ, ਪਰ ਕਿਤਨਾ ਤੁਹਾਡਾ ਜੀ ਕੀਤਾ ਕੋਈ ਮੈਥ ਦੀ। ਮੈਨੂੰ ਲੱਗਦਾ ਹੈ ਕਿ ਇੰਪਾਵਰਮੈਂਟ ਕੋਈ ਪ੍ਰੋਡਕਟ ਨਹੀਂ ਹੈ, ਮੈਨੂੰ ਲੱਗਦਾ ਹੈ ਉਹ ਇੱਕ ਪ੍ਰੋਸੈਸ ਹੈ, ਔਰ ਉਹਦੇ ਪਿੱਛੇ ਤੁਸੀਂ ਕਿੱਦਾਂ, ਤੁਹਾਡੀ ਅਪਬ੍ਰਿੰਗਿੰਗ ਕਿੱਦਾਂ ਹੋਈ ਹੈ। ਔਰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਬਿਕੋਜ਼ ਇਹ ਔਰਤ ਵੀ ਹਾਂ, ਔਰ ਇਹ ਬੜਾ ਮੇਰਾ ਵੀ ਕਲੋਜ਼ ਵਿਸ਼ੇ ਹੈ, ਇੱਕ ਪੈਸ਼ਨ ਹੈ ਤੁਹਾਡਾ। ਮੈਂ ਉਹ ਇਸ ਲਈ ਮੈਂ ਕਹੂੰਗੀ ਕਿ ਹਰ ਲੜਕੀ ਨੂੰ ਸਟਰੋਂਗ ਬਣਾਉਣ ਦੇ ਪਿੱਛੇ ਉਹਦੀ ਕਿਸ ਤਰ੍ਹਾਂ ਦੀ ਪਰਵਰਿਸ਼ ਹੋਈ ਹੈ, ਅਪਬ੍ਰਿੰਗਿੰਗ ਕੀ ਹੈ, ਉਹ ਬਹੁਤ ਮੈਟਰ ਕਰਦਾ ਹੈ। ਤੇ ਇੱਥੋਂ ਮੇਰੇ ਮਨ 'ਚ ਇੱਕ ਗੱਲ ਇਹ ਆਉਂਦੀ ਹੈ ਕਿ ਤੁਹਾਡੇ ਜ਼ਰੂਰ ਬਹੁਤ ਸਾਰੇ ਕਲਾਸ ਫੈਲੋਜ਼ ਹੋਣਗੀਆਂ ਹਨਾ, ਜਦੋਂ ਤੁਸੀਂ ਵਕਾਲਤ ਪੜ੍ਹਦੇ ਸੀਗੇ, ਬॉयਜ਼ ਵੀ ਹੋਣਗੇ, ਗਰਲਸ ਵੀ ਹੋਣਗੀਆਂ। ਡਿਡ ਯੂ ਥਿੰਕ ਕਿ ਯੂ
ਆਰ ਲਿਟਲ ਬਿਟ ਮੋਰ ਇੰਪਾਵਰਡ ਦੈਨ them ਕਿ ਇਸ ਕੰਮ ਨੂੰ ਕਰਦੇ ਕਰਦੇ ਤੁਸੀਂ ਹੋਰ ਜ਼ਿਆਦਾ ਇੰਪਾਵਰਡ ਹੋ ਗਏ ਹੋ? ਇਹ ਤੁਹਾਨੂੰ ਲੱਗਦਾ ਹੈ, ਕਦੇ ਮਹਿਸੂਸ ਹੁੰਦਾ ਹੈ ਵੱਖ-ਵੱਖ ਮੁਲਕਾਂ ਚ ਆਉਣਾ, ਉੱਥੇ ਜਾ ਕੇ ਵੱਖ-ਵੱਖ ਲੋਕਾਂ ਨੂੰ ਮਿਲਣਾ ਕਰਨਾ, ਹੈ ਨਾ? ਗੁਰਚਰਨ ਜੀ, ਕੁਝ ਚੀਜ਼ਾਂ ਤੁਸੀਂ ਨਾ ਪੈਦਾ ਹੁੰਦੇ ਹੋ ਲੈ ਕੇ, ਇਹ ਤੁਹਾਡੇ ਗਿਫਟ ਹੈ। ਮੈਨੂੰ ਕਦੀ ਡਰ ਹੀ ਨਹੀਂ ਲੱਗਦਾ। ਮੈਨੂੰ ਪਤਾ ਹੈ ਤੁਹਾਡਾ ਜਿਹੜਾ ਆਬਜੈਕਟਿਵ ਹੈ ਨਾ, ਫਾਈਟਿੰਗ ਇਨਜਸਟਿਸ, ਮੈਨੂੰ ਕਦੀ ਡਰ ਹੀ ਨਹੀਂ ਲੱਗਦਾ। ਔਰ ਮੈਨੂੰ ਇੱਥੇ ਲੱਗਦਾ ਸੀ ਜੈਨੂਇਨਲੀ, ਉਦੋਂ ਤਾਂ ਜਦੋਂ ਅਸੀਂ ਸ਼ੁਰੂ ਕੀਤੀ ਸੀ ਮੈਨੂੰ ਨਹੀਂ ਪਤਾ ਸੀ ਇੰਨੀ ਵੱਡੀ ਕੰਪਨੀ ਬਣ ਜਾਏਗੀ, ਲੇਕਿਨ ਮੈਨੂੰ ਕਦੀ ਇਹ ਫੀਲ ਹੀ ਨਹੀਂ ਹੋਇਆ। ਮੈਨੂੰ ਉਹ ਹਰ ਇਨਸਾਨ ਜਿਹਦੀ ਮੈਂ ਹੈਲਪ ਕਰ ਰਹੀ ਸੀਗੀ, ਉਹਦੇ ਚ ਇੰਨਾ ਮਜ਼ਾ ਆਉਂਦਾ ਸੀਗਾ ਕਿ ਮੈਨੂੰ ਉਹ ਚੀਜ਼ ਇੰਨਾ ਇੱਕ ਤਰ੍ਹਾਂ ਦਾ ਫਿਲ ਕਰਦੀ ਸੀ ਪੈਸ਼ਨ ਨਾਲ, ਕਿ ਮੈਨੂੰ ਲੱਗਦਾ ਸੀ ਕਿ ਮੈਂ ਇਹਦੀ ਲਾਈਫ 'ਚ ਡਿਫਰੈਂਸ ਲਿਆ ਰਹੀ ਹਾਂ। ਉਹ ਚੀਜ਼ ਮੈਨੂੰ ਮੋਟੀਵੇਟ ਕਰਦੀ ਸੀ ਕਿ ਮੈਂ ਕਾਫੀ ਮੁਸ਼ਕਿਲਾਂ ਨਾਲ, ਸ਼ੁਰੂ 'ਚ ਆਫਿਸ ਨਹੀਂ ਹੁੰਦੇ ਸੀ, ਕੋਈ ਮੈਨੂੰ ਬੱਸ ਸਟੈਂਡ ਤੇ ਮਿਲਦਾ ਸੀ, ਕੋਈ ਰੇਲਵੇ ਸਟੇਸ਼ਨ ਤੇ ਮਿਲਦਾ ਸੀ, ਜਦੋਂ ਮੈਂ ਬਿਲਕੁਲ ਯੰਗ ਸੀ ਔਰ ਆਫਿਸ ਵੀ ਨਹੀਂ ਮੈਂ ਅਫੋਰਡ ਕਰ ਸਕਦੀ ਸੀ ਬਾਹਰ। ਉਦੋਂ ਉਹ ਜਿਹੜਾ ਪੈਸ਼ਨ ਤੁਹਾਡਾ ਹੁੰਦਾ ਹੈ ਕਿ ਯਾਰ ਤੁਸੀਂ ਕਿਸ ਪਿੱਛੇ ਜਾ ਕੇ ਖੂਬ ਕੰਮ ਕਰਕੇ ਉਸ ਬੰਦੇ ਨੂੰ ਇਨਜਸਟਿਸ ਤੋਂ ਬਚਾਓ ਔਰ ਜਸਟਿਸ ਦਿਵਾਓ, ਉਹ ਜਿਹੜਾ ਇੱਕ ਜਿਹੜਾ ਫੀਲਿੰਗ ਹੈ, ਫਰਵਰ ਹੈ, ਉਹ ਮੈਨੂੰ ਕੈਰੀ ਫਾਰਵਰਡ ਕਰਦਾ ਰਿਹਾ। ਇੱਥੇ ਹੁਣ ਮੈਂ ਗੱਲ ਕਰਦੀ ਹਾਂ ਕਿ ਤੁਸੀਂ ਦੂਜਿਆਂ ਨੂੰ ਇੰਪਾਵਰ ਕਰਦੇ ਕਰਦੇ ਖੁਦ ਇੰਪਾਵਰ ਹੋ ਗਏ। ਹੁਣ ਮੈਂ ਗੱਲ ਇੱਕ ਜਨਰਲ ਤੇ ਆਉਣੀ ਕਿ ਔਰਤਾਂ, ਹੈ ਨਾ, ਮੈਂ ਅਕਸਰ ਕਹਿੰਦੀ ਹੁੰਦੀ ਹਾਂ ਕਿ ਔਰਤ ਜਿਹੜੀ ਨਾ ਉਹਨੂੰ ਹਮੇਸ਼ਾ ਨੰਬਰ 2 ਤੇ ਰੱਖਿਆ ਗਿਆ, ਕਿਉਂਕਿ ਨੰਬਰ 1 ਮਰਦ ਹੈ ਤੇ ਨੰਬਰ 2 ਤਾਂ ਕੋਈ ਹੋਣਾ ਹੀ ਹੈ, ਉਹ ਔਰਤ। ਸੋ ਇਸ ਨੰਬਰ 2 ਵਾਲੀ ਭਾਵਨਾ ਜਿਹੜੀ ਹੈ, ਇਸ ਔਰਤ ਨੂੰ ਅਗਰ ਅਸੀਂ ਕਹਿੰਦੇ ਕਿ ਫਲਾਂ ਔਰਤ ਬੜੀ ਇੰਪਾਵਰਡ ਹੈ, ਰਾਈਟ, ਤਾਂ ਇੰਪਾਵਰਮੈਂਟ ਦੀ ਤੁਹਾਡੇ ਅਨੁਸਾਰ ਕੀ ਪਰਿਭਾਸ਼ਾ ਹੈ? ਉਹਦੇ ਵਿੱਚ ਕੀ ਵੱਖਰਾ ਹੈ ਕਿ ਉਹ ਦੂਜਿਆਂ ਨਾਲੋਂ ਜ਼ਿਆਦਾ ਇੰਪਾਵਰਡ ਹੈ? ਮੈਂ ਕਹਿੰਦੀ ਨਿਧੀ ਬੜੀ ਇੰਪਾਵਰਡ ਹੈ। ਮੈਨੂੰ ਤੁਹਾਨੂੰ ਆਪਣੇ ਵਿਚਾਰ 'ਚ ਇੰਪਾਵਰਮੈਂਟ ਹੋਣੀ ਚਾਹੀਦੀ ਹੈ। ਮੈਨੂੰ ਇਹ 2 ਨੰਬਰ 1 ਨੰਬਰ ਇਸ ਲਈ ਸਮਝ ਨਹੀਂ ਆਉਂਦਾ ਕਿਉਂਕਿ ਮੈਨੂੰ ਔਰਤ ਕਦੀ 2 ਨੰਬਰ ਤੇ ਲੱਗੀ। I appreciate it. As a woman ਮੈਨੂੰ ਕਦੀ ਕੋਈ ਚੀਜ਼ ਐਸੀ ਨਹੀਂ ਲੱਗੀ ਕਿ ਮੈਂ ਮਰਦ ਕਰ ਸਕਦਾ ਔਰ ਮੈਂ ਨਹੀਂ ਕਰ ਸਕਦੀ। ਜਿਹੜੀ ਪਹਿਲਾਂ to be empowered, this is the thing that you should think ਕਿ ਮੈਂ ਹਰ ਚੀਜ਼ ਕੰਮ ਕਰ ਸਕਦੀ, ਮੈਂ ਹਰ ਚੀਜ਼ ਕਰ ਸਕਦੀ ਆ। ਮੈਨੂੰ ਇਹ ਆਪਣੇ ਅੰਦਰੋਂ ਹੀ ਆਇਆ। ਉਹਦੇ ਚ ਮੇਰਾ ਅਫਕੋਰਸ ਪੇਰੈਂਟਸ ਦਾ ਜ਼ਰੂਰ ਹੱਥ ਹੈ, ਲੇਕਿਨ ਮੈਂ ਇਸ ਲਈ ਹਰ ਇੱਕ ਹੀ ਪੇਰੈਂਟ ਨੂੰ ਕਹੂੰਗੀ, ਹਰ ਇੱਕ ਹੀ ਲੜਕੀ ਦੇ ਮਦਰ ਫਾਦਰ ਨੂੰ ਕਹੂੰਗੀ ਕਿ ਲੜਕੀਆਂ ਨੂੰ ਸਭ ਤੋਂ ਪਹਿਲਾਂ ਇੰਪਾਵਰਮੈਂਟ ਤੁਸੀਂ ਦੇਣੀ ਹੈ ਔਰ ਤੁਸੀਂ ਉਹਨੂੰ ਐਜੂਕੇਸ਼ਨ ਦੇ ਕੇ, ਉਹਨੂੰ ਇਹ ਅਹਿਸਾਸ ਦਿਲਾ ਕੇ ਕਿ ਉਹ ਇਨਫੈਕਟ ਮੈਂ ਨਹੀਂ ਕਹਿੰਦੀ ਕਿ ਤੁਹਾਨੂੰ ਬਰਾਬਰੀ ਕਰਨੀ ਹੈ, ਬਿਕੋਜ਼ ਮਰਦ ਅਲੱਗ ਚੀਜ਼ ਨੇ ਔਰ ਔਰਤ ਅਲੱਗ ਚੀਜ਼ ਹੈ। ਉਹਨਾਂ ਦੀ ਨਾ ਕੋਈ ਬਰਾਬਰੀ ਹੈ, ਨਾ ਕੋਈ ਉਹਨਾਂ ਦੇ ਆਪਣੇ ਰੋਲ, ਨਾ ਕੋਈ ਮੈਨੂੰ ਲੱਗਦਾ ਕਿ ਉਹਨਾਂ ਦੀ ਦੌੜ ਦੇ ਵਿੱਚ ਮੈਨੂੰ ਕਈ ਵਾਰੀ ਮੈਨੂੰ ਕਮੈਂਟ ਅੱਛਾ ਹੀ ਨਹੀਂ ਲੱਗਦਾ ਗੁਰਜਨ ਜੀ। ਉਹ ਕਹਿੰਦੇ ਇਹ ਤਾਂ ਕੁੜੀ ਨਾ ਮੁੰਡਿਆਂ ਵਰਗੀ ਹੈ। ਮੈਨੂੰ ਤਾਂ ਇਨਸਲਟ ਲੱਗਦੀ, ਮੈਨੂੰ ਤਾਂ ਕੋਈ ਮੁੰਡੇ ਲੱਗਦੇ ਨਹੀਂ ਕੁੜੀਆਂ ਵਰਗੇ। ਮੈਨੂੰ ਲੱਗਦਾ ਕਿ ਕੁੜੀ ਨੂੰ ਕੁੜੀ ਹੋਣਾ ਚਾਹੀਦਾ, ਕੁੜੀ ਨੂੰ ਕੁੜੀ ਹੋਣਾ ਚਾਹੀਦਾ, ਨਾਲੇ ਮੁੰਡਿਆਂ ਨਾਲ ਕਿਉਂ ਕੰਪੇਅਰ ਕਰ ਰਹੇ ਹੋ? ਇੱਕ ਗੱਲ ਹੋਰ ਹੁੰਦੀ ਹੈ ਨਾ, ਆਪਣੇ ਘਰਾਂ ਦੇ ਵਿੱਚ ਬੜਾ ਕਹਿਣਗੇ ਆਹ ਸਾਡੀ ਧੀ ਨਹੀਂ, ਇਹ ਤਾਂ ਸਾਡਾ ਪੁੱਤ ਹੈ। ਮੈਨੂੰ ਲੱਗਦਾ ਕਿ ਇਹ ਧੀ ਦੀ ਬੇਇੱਜ਼ਤੀ ਕਰਨ ਵਾਲੀ ਧੀ ਦੀ ਬੇਇੱਜ਼ਤੀ ਹੈ, ਕਿਉਂਕਿ ਧੀ ਵੀ ਬਹੁਤ ਹੀ ਲਾਇਕ ਹੈ, ਧੀ ਵੀ ਹਰ ਚੀਜ਼ ਕਰ ਸਕਦੀ ਹੈ। ਤਾਂ ਫਸਟ ਆਫ ਆਲ ਮੈਨੂੰ ਕਦੀ ਨਹੀਂ ਲੱਗਿਆ ਕੋਈ ਦੁਨੀਆ ਦਾ ਐਸਾ ਕੰਮ ਹੈ ਕਿ ਮੈਂ ਨਹੀਂ ਕਰ ਸਕਦੀ। ਔਰ ਇਹ ਮੈਂ ਹਰ ਇੱਕ ਲੜਕੀ ਨੂੰ ਕਹੂੰਗੀ ਕਿ ਉਹਨੂੰ ਕਦੀ ਇਹ ਫੀਲ ਨਹੀਂ ਹੋਣਾ ਚਾਹੀਦਾ ਕਿ ਉਹਨੂੰ ਕਿਸੇ ਬਾਹਰਲੇ ਸੋਰਸ ਤੇ ਡਿਪੈਂਡ ਹੋਣ ਦੀ ਲੋੜ ਹੈ। ਇਨਫੈਕਟ ਅਗਰ ਇੱਕ ਲੇਡੀ ਸਟਰੋਂਗ ਹੈ, ਉਹ ਪੂਰੀ ਫੈਮਿਲੀ ਉਹਦੇ ਤੇ ਡਿਪੈਂਡ ਕਰੇਗੀ, ਨਾ ਕਿ ਉਹਨੂੰ ਕਿਸੇ ਦੀ ਲੋੜ ਹੈ। ਅਗਰ ਤੁਹਾਡੇ ਕੋਲ ਐਜੂਕੇਸ਼ਨ ਹੈ, ਵਿਚ ਆਈ ਥਿੰਕ ਇਜ਼ ਮਸਟ, ਐਜੂਕੇਸ਼ਨ ਨੂੰ ਹਿੰਮਤ ਨਾਲ ਕੰਮ ਕਰੋ। ਫਾਈਨੈਂਸ਼ੀਅਲ ਇੰਡੀਪੈਂਡੈਂਸ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਇੰਪਾਵਰਮੈਂਟ। ਬਟ ਇੱਕ ਗੱਲ ਫਿਰ ਮੇਰੇ ਮਨ 'ਚ ਇੱਥੇ ਹੁੰਦੀ ਹੈ ਕਿ ਸਾਰੀਆਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਔਰਤਾਂ ਇੰਪਾਵਰਡ ਵੀ ਹੁੰਦੀਆਂ ਨੇ? ਨਹੀਂ ਹੁੰਦੀਆਂ। ਔਰ ਕਈ ਵਾਰੀ ਬਹੁਤ ਸਾਰੀਆਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਨਾ ਹੋ ਕੇ ਵੀ ਇੰਪਾਵਰਡ ਹੁੰਦੀ ਹੈ, ਕਿਉਂਕਿ ਇੰਪਾਵਰਮੈਂਟ ਸਟਾਰਟਸ ਫਰਮ ਯੋਰ ਮਾਈਂਡ, not from your pocket, not from your pocket ਦੇ ਨਾਲ ਇਹ ਹੁੰਦਾ ਹੈ ਕਿ ਤੁਸੀਂ ਕਈ ਵਾਰੀ ਬਹੁਤ ਸਾਰੇ ਜਿਹੜੇ ਲੋਕ ਤੁਹਾਡੇ ਤੇ ਕੋਈ ਅਤਿਆਚਾਰ ਕਰਨ ਦੀ ਜਾਂ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈ, ਉਹਨਾਂ ਤੋਂ ਤੁਸੀਂ ਕਈ ਵਾਰੀ ਤੁਹਾਡੀ ਲਾਈਫ ਜੋ ਹੈ ਬੈਟਰ ਹੋ ਸਕਦੀ ਹੈ ਅਗਰ ਤੁਸੀਂ ਫਾਈਨੈਂਸ਼ੀਅਲੀ ਇੰਪਾਵਰਡ ਹੋ। ਲੇਕਿਨ ਮੈਂ ਇੱਕ ਗੱਲ ਨਾ ਗੁਰਚਰਨ ਜੀ ਸਾਰਿਆਂ ਨੂੰ ਕਹਿਣਾ ਚਾਹਨੀ ਹਾਂ, ਔਰ ਅਗਰ ਕੋਈ ਇੱਕ ਵੀ ਸੁਣ ਰਿਹਾ ਹੈ ਮੇਰੀ ਗੱਲ, ਔਰ ਇੱਕ ਲੜਕੀ ਦੀ ਵੀ ਮੈਂ ਲਾਈਫ ਇਸ ਤੇ, ਕੋਈ ਤੁਹਾਡੇ ਤੇ ਕੋਈ ਅਤਿਆਚਾਰ ਨਹੀਂ ਕਰ ਸਕਦਾ। ਅਤਿਆਚਾਰ ਉਹ ਇਸ ਲਈ ਕਰਦੇ ਹੈ ਕਿ ਅਸੀਂ ਇਮੋਸ਼ਨਲ ਹੈ, ਵਿਮਨ ਇਮੋਸ਼ਨਲ ਹੈ, ਔਰ ਵਿਮਨ ਉਹਨਾਂ ਨੂੰ ਜਵਾਬ ਨਹੀਂ ਦਿੰਦੀ ਕਿਉਂਕਿ ਉਹ ਘਰ ਨਹੀਂ ਤੋੜਨਾ ਚਾਹੁੰਦੀ, ਉਹ ਐਟਮੋਸਫੇਅਰ ਨਹੀਂ ਖਰਾਬ ਕਰਨਾ ਚਾਹੁੰਦੀ, ਉਹ ਸੌਫਟ ਹੁੰਦੀ ਹੈ। ਅਗਰ ਤੁਸੀਂ ਆਪਣੇ ਆਪ ਨੂੰ ਰਿਸਪੈਕਟ ਕਰਦੇ ਹੋ ਤੇ 1% ਵੀ ਕਿਸੇ ਦੀ ਨੌਨਸੈਂਸ ਨਹੀਂ ਲੈਣੀ, ਚਾਹੇ ਉਹ ਛੋਟੀ ਤੋਂ ਛੋਟੀ ਹੋ, ਨਾ ਦੇਣੀ ਹੈ ਨਾ ਲੈਣੀ ਹੈ। ਔਰ ਅਗਰ ਤੁਸੀਂ ਕਿਸੇ ਦਾ ਛੋਟੀ ਜਿਹੀ ਚੀਜ਼ ਇੱਕ ਵਾਰੀ ਮਾਫ ਕਰੋਗੇ
ਬੀ ਵੈਰੀ ਕਲੀਅਰ, ਅਗਲੀ ਵਾਲੀ ਵੱਡੀ ਹੋਏਗੀ। ਤੁਸੀਂ ਕਿਸੇ ਦਾ ਉੱਚਾ ਬੋਲਣਾ ਬਰਦਾਸ਼ਤ ਕਰੋਗੇ, ਅਗਲੀ ਵਾਰੀ ਗਾਲ ਕੱਢੇਗਾ। ਗਾਲ ਬਰਦਾਸ਼ਤ ਕਰੋਗੇ, ਥੱਪੜ ਮਾਰੇਗਾ। ਥੱਪੜ ਬਰਦਾਸ਼ਤ ਕਰੋਗੇ ਤਾਂ ਉਹ ਅਗਲੀ ਵਾਰੀ ਹੋਰ ਵੱਡਾ ਉਹ ਕਰੇਗਾ, ਬਿਕੋਜ਼ ਉਹ ਦੇਖਦਾ ਜਾਏਗਾ ਤੁਹਾਨੂੰ, ਤੁਹਾਡੀ ਰੈਜ਼ਿਸਟੈਂਸ ਨੂੰ ਚੈੱਕ ਕਰਦਾ ਜਾਏਗਾ। ਸੋ ਸਭ ਤੋਂ ਪਹਿਲਾਂ ਅਗਰ ਕੋਈ ਤੁਹਾਡੇ ਨਾਲ ਔਖਾ ਵੀ ਬੋਲ ਰਿਹਾ, ਉਹਨੂੰ ਸਟਾਪ ਕਰੋ ਔਰ ਉਹਨੂੰ ਕਹੋ ਡੋਂਟ ਟਾਕ ਟੂ ਮੀ ਲਾਈਕ ਦੈਟ, ਬਿਕੋਜ਼ ਤੁਸੀਂ ਇੱਕ ਇਨਸਾਨ ਹੋ। ਔਰਤ ਮਰਦ ਬਾਅਦ ਚ ਆਉਂਦਾ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇਨਸਾਨ ਬਣਨਾ ਜ਼ਰੂਰ ਭੁੱਲੋ ਨਾ ਕਿ ਤੁਸੀਂ ਇਨਸਾਨ ਹੋ। ਔਰ ਕਿਸੇ ਵੀ ਇਨਸਾਨ ਦੀ ਕੋਈ ਜ਼ਰੂਰਤ ਨਹੀਂ ਹੋਣੀ ਚਾਹੀਦੀ, ਚਾਹੇ ਉਹ ਲੇਡੀ ਹੋਏ ਚਾਹੇ ਉਹ ਮੈਨ ਹੋਏ, ਉਹ ਤੁਹਾਨੂੰ ਕੰਟਰੋਲ ਕਰੇ, ਉਹ ਤੁਹਾਡੇ ਉੱਤੇ ਕੋਈ ਗਲਤ ਅਤਿਆਚਾਰ ਕਰੇ, ਤੁਹਾਨੂੰ ਕੋਈ ਗੱਲ ਗਲਤ ਕਹੇ, ਤੁਹਾਨੂੰ ਉਹ ਬਿਲਕੁਲ ਨਹੀਂ ਸੁਣਨੀ। ਜਿਸ ਦਿਨ ਸੁਣਨੀ ਬੰਦ ਕਰ ਦੋਗੇ, ਉਹ ਬੋਲਣੀ ਬੰਦ ਕਰ ਦੇ। ਬਿਲਕੁਲ। ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਅੱਜ ਕੱਲ ਇੱਕ ਬੜੀ ਧਾਰਨਾ ਜਿਹੜੀ ਬਣੀ ਹੋਈ ਆ ਬਈ ਜਨਾਨੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਬਈ ਇਹ ਤਾਂ ਹਰ ਪੱਖੋਂ ਆਜ਼ਾਦ ਨੇ, ਹਨਾ, ਆਜ਼ਾਦ ਨੇ, ਇਹ ਤਾਂ ਇਹਨਾਂ ਦੇ ਰਾਜ ਕੋਈ ਰੁਕਾਵਟ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਕੀ ਆਜ਼ਾਦੀ ਤੇ ਐਮਪਾਵਰਮੈਂਟ, ਹਾਂਜੀ, ਇਹਨਾਂ ਦਾ ਕੋਈ ਸੰਬੰਧ ਹੈਗਾ ਆਪਸ ਚ? ਕਿ ਘਰੋਂ ਪੜ੍ਹਨ ਚਲੇ ਜਾਣਾ, ਜੀਨਾਂ ਪਾ ਲੈਣੀਆਂ, ਹਨਾ, ਤੇ ਕਿਸੇ ਪਾਰਟੀ ਚ ਚਲੇ ਜਾਣਾ, ਇਹਨੂੰ ਅਸੀਂ ਆਜ਼ਾਦੀ ਕਹਿ ਦਿੰਦੇ ਹਾਂ। ਤੇ ਦੂਜੇ ਪਾਸੇ ਇੱਕ ਐਮਪਾਵਰਮੈਂਟ ਆ। ਐਮਪਾਵਰਮੈਂਟ ਇਹ ਹੈ, ਵਿਮਨ ਐਮਪਾਵਰਮੈਂਟ, ਵਿਮਨ ਐਮਪਾਵਰਮੈਂਟ ਇਹ ਹੈ ਕਿ ਤੁਸੀਂ ਰਿਸਪੌਂਸਿਬਿਲਿਟੀ ਦੇ ਨਾਲ ਜੋ ਵੀ ਆਪਣੀ ਲਾਈਫ ਨੂੰ ਕਰਨਾ ਚਾਹੋ ਉਹ ਕਰ ਸਕੋ। ਲੇਕਿਨ ਇਹਦਾ ਆਜ਼ਾਦੀ ਜਿਹੜੀ ਹੈ, ਆਜ਼ਾਦੀ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਗਲਤ ਰਸਤੇ ਤੇ ਜਾ ਰਹੇ ਹੋ। तो गलत रस्ते पे जाना एम्पावरमेंट नहीं है, शराब पीनी एम्पावरमेंट नहीं है, छोटे कपड़े पाने एम्पावरमेंट नहीं है। जबकि अगर थोड़ा दिल कर रहा है, कोई तुहानू दसना नहीं किस नू चाहिदा, पर तुहानू देखना चाहिए कि मैं कित्थे बैठी हाँ, मैं किस तरह दे उहदे च बैठी हाँ। मैं नहीं कहती कि कोई गलत छोटे कपड़े पाना गलत है या कोई वो गलत है, लेकिन एक लाइन होंदी है, एक फाइन लाइन होंदी है, उन्होंने नहीं आपां क्रॉस करा जस्ट बिकॉज असी आजाद है। शराब पीना आदमियां ਲਈ ਵੀ गलत है, औरतां ਲਈ ਵੀ गलत है, तो ਉਹਦੇ ਚ एम्पावरमेंट ਦੀ ਕੋਈ ਉਹ ਨਹੀਂ। अगर कोई बहुत ज्यादा आदमी भी शराब पींदा, ਉਹਨੂੰ ਵੀ ਉਹੀ ਰਿਐਕਸ਼ਨ ਹੈ। सो ਉਹੀ ਅਗੇਨ ਆ ਜਾਂਦੀ ਹੈ ਕਿ ਸਾਡਾ ਕੋਈ ਕੰਪੀਟੀਸ਼ਨ ਨਹੀਂ ਹੈ ਮਰਦਾਂ ਨਾਲ। ਲੇਕਿਨ ਆਪਣੇ ਮਾਈਂਡ ਚ ਜੋ ਤੁਹਾਡਾ ਪਰਪਸ ਹੈ, ਜੋ ਤੁਹਾਡਾ ਦਿਲ ਹੈ, ਜੋ ਤੁਹਾਡੀ ਚਾਹ ਹੈ, ਜਿੱਦਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣਾ ਚਾਹੁੰਦੇ ਹੋ ਔਰ ਉਹਨੂੰ ਬਣਾ ਰਹੇ ਹੋ, ਉਹਨੂੰ ਐਮਪਾਵਰਮੈਂਟ ਹੀ। ਦੈਟਸ ਦ ਐਮਪਾਵਰਮੈਂਟ। ਐਮਪਾਵਰਮੈਂਟ ਅਸਲ ਦੇ ਵਿੱਚ ਹੈ ਤੁਹਾਡੇ ਅੰਦਰ ਇੱਕ ਅਜਿਹੀ ਤਾਕਤ ਹੈ, ਅਜਿਹੀ ਇੱਕ ਪਾਵਰ ਹੈ ਕਿ ਜਿਹੜੀ ਤੁਹਾਨੂੰ ਦੂਜਿਆਂ ਦੇ ਨਾਲੋਂ ਅਲੱਗ ਬਣਾਉਣ ਦੇ ਵਿੱਚ ਮਦਦ ਜ਼ਰੂਰ ਕਰਦੀ ਹੈ। ਤੁਸੀਂ ਜਿੱਥੇ ਖੜੇ ਹੋ, ਸਮਝੋ ਕਿ ਉੱਥੇ ਤੁਸੀਂ ਖੜੇ ਨਜ਼ਰ ਆ ਰਹੇ ਹੋ, ਯੂ ਆਰ ਡਿਫਰੈਂਟ ਫਰੋਮ ਅਦਰਸ। ਸੋ ਆਜ਼ਾਦੀ ਤੇ ਐਮਪਾਵਰਮੈਂਟ ਜਿਹੜੀ ਆ, ਇਹ ਬਹੁਤ ਡਿਫਰੈਂਟ ਚੀਜ਼ਾਂ ਨੇ। ਸਾਡੇ ਇੱਥੇ ਅਕਸਰ ਗੱਲ ਚੱਲ ਪੈਂਦੀ ਹੈ ਕਈ ਵਾਰੀ ਵੀ ਜਿਹਦੇ ਕਿਸੇ ਫੰਕਸ਼ਨ ਦੇ ਵਿੱਚ ਔਰਤਾਂ ਦੀ ਗਿਣਤੀ ਵਧੀ, ਵਾਹ ਬਈ ਵਾਹ, ਔਰਤਾਂ ਤੇ ਬਾਈ ਬੜੀਆਂ ਹੋ ਗਈਆਂ, ਇੰਜ ਹੋ ਗਿਆ। ਅਕਸਰ ਮੈਂ ਕਹਿੰਦੀ ਹੁੰਦੀ ਹਾਂ ਕਿ ਗਿਣਤੀ ਦਾ ਵੱਧ ਹੋਣਾ ਜਿਹੜਾ ਭੇਡਾਂ ਦੀ ਗਿਣਤੀ ਵੀ ਵੱਧ ਹੋ ਸਕਦੀ ਹੈ। ਗਿਣਤੀ ਵੱਧ ਹੋਣੀ ਕਿ ਮਾਇਨੇ ਨਹੀਂ ਰੱਖਦੀ, ਗੱਲ ਹੈਗੀ ਹੈ ਕਿ ਕਿੰਨੇ ਦਿਮਾਗ ਜਿਹੜੇ ਨੇ, ਜਿਹੜੇ ਐਕਟਿਵ ਬ੍ਰੇਨ ਨੇ, ਉਹ ਕਿੰਨੇ ਇੱਥੇ ਹਾਜ਼ਰ ਨੇ। ਹੁਣ ਇੱਕ ਗੱਲ ਹੋਰ, ਜਦੋਂ ਅਸੀਂ ਇੱਕ ਵਿਮਨ ਦੀ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ, ਵਿਮਨ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਲੱਗ ਜਾਂਦਾ ਬਈ ਘਰ ਪਰਿਵਾਰ ਜਿਹੜੇ ਆ ਨਾ, ਫੈਮਲੀਆਂ ਟੁੱਟ ਰਹੀਆਂ ਨੇ। ਇਹਦਾ ਕਾਰਨ ਔਰਤਾਂ ਬਣ ਰਹੀਆਂ ਨੇ, ਕਿਉਂਕਿ ਔਰਤਾਂ ਆਪਣੇ ਇੱਕ ਵੱਖਰੇ ਰਸਤੇ ਤੇ ਚੱਲਣਾ ਚਾਹੁੰਦੀਆਂ। ਇਹਦੇ ਬਾਰੇ ਤੁਸੀਂ ਇੱਕ ਜ਼ਰੂਰ ਦਿਓ, ਕਿਉਂਕਿ ਤੁਸੀਂ ਬੜੀ ਦੁਨੀਆ ਫਿਰੀ ਹੋਈ ਹੈ। ਇਹਨੂੰ ਤੁਸੀਂ ਕਿਸ ਸੰਦਰਭ ਚ ਲੈਂਦੇ? ਸਰਾਸਰ ਗਲਤ ਹੈ ਜੀ। ਹਾਂ, ਟੁੱਟਦੇ ਘਰ ਦੁਖੀ ਲੱਗਦਾ ਹੈ, ਦੁੱਖ ਲੱਗਦਾ ਹੈ। ਘਰ ਦੀ ਰਿਸਪੌਂਸਿਬਿਲਿਟੀ ਔਰਤਾਂ ਦੀ ਨਹੀਂ ਹੈ, ਜਸਟ ਬਿਕੋਜ਼ ਇੱਕ ਔਰਤ ਨੇ ਠੇਕਾ ਨਹੀਂ ਦਿੱਤਾ ਹੋਇਆ। ਹਾਲਾਂਕਿ ਸਮਝਿਆ ਉਹਨੂੰ ਜਾਂਦਾ। ਹਾਂ, ਦੋਨੋਂ ਜਣੇ ਘਰ ਮਨਾਉਂਦੇ ਨੇ। ਸਿਰਫ ਇਹਦਾ ਮਤਲਬ ਇਹ ਹੈ ਕਿ ਆਦਮੀ ਜੋ ਮਰਜ਼ੀ ਕਰੇ ਔਰ ਔਰਤ ਅਗਰ ਨਹੀਂ ਸਹਿ ਰਹੀ ਤੇ ਉਹ ਔਰਤ ਘਰ ਤੋੜ ਰਹੀ ਹੈ, ਇਹ ਗਲਤ ਹੈ। ਅਗਰ ਤੁਸੀਂ ਆਪਸ ਚ ਠੀਕ ਤਰ੍ਹਾਂ ਘਰ ਨੂੰ ਨਹੀਂ ਚਲਾ ਰਹੇ ਤਾਂ ਫਿਰ ਤੁਸੀਂ ਦੋਨੋਂ ਹੀ ਉਹਦੇ ਜ਼ਿੰਮੇਵਾਰ ਹੋ, सिर्फ औरत नहीं। अगर आज दी डेट च औरत अपनी आवाज उठा रही है या जाति दे अगेंस्ट, जो मैं हुणे की आवाज उठाओ अगर गलत है और अगर गलती ना सो, और अगर ਉਹਦੇ ਲਈ ਤੁਸੀਂ ਆਪਣੇ ਬੇਟਿਆਂ ਨੂੰ ਤਿਆਰ ਨਹੀਂ ਕੀਤਾ, ਔਰ ਇਹ ਮੈਂ ਮਾਵਾਂ ਲਈ ਕਹੂੰਗੀ, ਜੇ ਤੁਸੀਂ ਆਪਣੇ ਬੇਟਿਆਂ ਨੂੰ ਨਹੀਂ ਸਿਖਾਇਆ ਕਿ ਔਰਤਾਂ ਦੀ ਕਿੱਦਾਂ ਇੱਜ਼ਤ ਕਰਨੀ ਚਾਹੀਦੀ ਹੈ, ਜਾਂ ਤੁਸੀਂ ਉਹਨੂੰ ਰਾਈਟ ਅਪਬ੍ਰਿੰਗਿੰਗ ਨਹੀਂ ਦਿੱਤੀ, ਤੇ ਫਿਰ ਤੁਸੀਂ ਸੋਚ ਲਓ ਕਿ ਉਹਦੀ ਲਾਈਫ 'ਚ ਅੱਗੇ ਪ੍ਰੋਬਲਮ ਆਏਗੀ। ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਆਫ ਗਰਲਸ ਹੈ, ਉਹ ਪੜ੍ਹੀ ਲਿਖੀ ਵੀ ਹੈ, ਆਜ਼ਾਦ ਖਿਆਲ ਵੀ ਹੈ, ਉਹ ਤੁਸੀਂ ਰੋਕ ਨਹੀਂ ਸਕਦੇ। ਉਹ ਇੱਕ ਮੋਮੈਂਟਮ ਹੈ ਲਾਈਫ ਦਾ। ਅਗਰ ਤੁਸੀਂ ਨਹੀਂ ਚੇਂਜ ਹੁੰਦੇ, ਹਾਲੇ ਵੀ ਮਦਰਸ ਕਿ ਬਹੁਤ ਸਾਰੇ, ਮੈਨੂੰ ਲੱਗਦਾ ਹੈ ਜਿਹੜੇ ਮੈਨ ਹੈ, ਪ੍ਰੋਬਲਮਸ ਮੈਂ ਉਹਨਾਂ ਨੂੰ ਪਿਨ ਪੁਆਇੰਟ ਕਰਾਂ ਤੇ ਮਦਰਸ ਤੇ ਅਪਬ੍ਰਿੰਗਿੰਗ ਤੇ ਕਰਾਂਗੀ। ਜਿਹੜੀਆਂ ਮਦਰਸ ਆਪਣੇ ਬੇਟਿਆਂ ਨੂੰ ਭਗਵਾਨ ਦਾ ਗਿਫਟ ਮੰਨਦੀਆਂ ਹੈ ਕਿ ਇਹ ਤਾਂ ਗਿਫਟ ਹੈ, ਇਹ ਸਾਡਾ ਮੁੰਡਾ ਹੈ,
ਮੈਨੂੰ ਲੱਗਦਾ ਕਿ ਈਵਨ ਜਦੋਂ ਮੁੰਡਾ ਵਿਆਹ ਵੀ ਜਾਂਦਾ ਉਹਦੇ ਬੱਚੇ ਹੁੰਦੇ ਫਿਰ ਵੀ ਕਹਿਣਗੇ ਮੇਰਾ ਪੁੱਤ ਮੈਂ ਪਾਲਿਆ, ਮੈਂ ਜੰਮਿਆ, ਮੈਂ ਤੈਨੂੰ ਵਿਆਹਿਆ। ਇਹ ਚੀਜ਼ ਜਿਹੜੀ ਹੈ ਸਭ ਤੋਂ ਵੱਡਾ ਜਿਹੜਾ ਦੋਸ਼ ਹੈ, ਮੈਨੂੰ ਲੱਗਦਾ ਮਾਪੇ ਦੋਨੋਂ ਕਹਿੰਦੇ ਨੇ, ਮਾਪੇ ਦੋਨੋਂ ਕਹਿੰਦੇ ਨੇ, ਮਾਵਾਂ ਦੇ ਪੁੱਤਰ ਮੋਹ, ਗਲਤ ਤੋਂ ਗਲਤ ਪੁੱਤਰ ਵੀ ਉਹ ਪੁੱਤਰ ਮੋਹ ਜਿਹੜਾ ਹੈ ਉਹਨੂੰ ਖਤਮ ਕਰ ਦਿੰਦਾ ਹੈ। ਅਗਰ ਤੁਹਾਡਾ ਪੁੱਤਰ ਗਲਤ ਹੈ ਔਰ ਤੁਸੀਂ ਉਹਨੂੰ ਗਲਤ ਨਹੀਂ ਕਹਿ ਰਹੇ ਤੇ ਤੁਸੀਂ ਉਹਦਾ ਮੋਹ ਕਰ ਰਹੇ ਹੋ, ਤੇ ਮੋਹ ਦਾ ਇੰਜਾਮ ਤਾਂ ਜੋ ਹੁੰਦਾ ਹੈ ਉਹਨੂੰ ਸਹਿਣਾ ਪੈਂਦਾ ਹੈ। ਮੈਂ ਮਦਰਸ ਨੂੰ ਇਹ ਕਹੂੰਗੀ ਕਿ ਅਗਰ ਤੁਹਾਡਾ ਬੇਟਾ ਗਲਤ ਟਰੈਕ ਤੇ ਉਹਨੂੰ ਗਲਤ ਕਹੋ, ਅਗਰ ਤੁਹਾਡੀ ਡਾਟਰ ਇਨ ਲੋ ਗਲਤ ਟਰੈਕ ਤੇ ਉਹਨੂੰ ਗਲਤ ਕਹੋ, ਜ਼ਰੂਰ ਕਹੋ, ਲੇਕਿਨ ਉਹਦੇ ਨਾਲ ਇਹ ਨਹੀਂ ਕਿ ਬੇਟਿਆਂ ਨੂੰ ਇਹ ਆਜ਼ਾਦੀ ਹੈ ਔਰ ਔਰਤਾਂ ਨੂੰ ਇਹ ਆਜ਼ਾਦੀ ਨਹੀਂ ਹੈ। ਜਦੋਂ ਤੁਸੀਂ ਇਸ ਤਰ੍ਹਾਂ ਦੀ ਥਿੰਕਿੰਗ ਨਾਲ ਚੱਲੋਗੇ ਤੇ ਤੁਹਾਨੂੰ ਪ੍ਰੋਬਲਮ ਆਏਗੀ, ਔਰ ਆਂਦੀ ਵੀ ਹੈ, ਬਹੁਤ ਜ਼ਿਆਦਾ ਆਉਂਦੀ ਹੈ। ਕਿਉਂਕਿ ਖਾਸ ਤੌਰ ਤੇ ਅਸੀਂ ਇੱਥੇ ਕੈਨੇਡਾ ਦੇ ਵਿੱਚ ਵੀ ਨੇ, ਇੰਡੀਆ ਦੇ ਵਿੱਚ ਵੀ ਹੁਣ ਤੇ ਬਹੁਤ ਹੋ ਗਿਆ ਕਿ ਜੇ ਕੋਈ ਪਰਿਵਾਰ ਨਹੀਂ ਚੱਲ ਰਿਹਾ ਤੇ ਉਹਦੇ ਲਈ ਕਹਿਣਗੇ ਮੁੰਡਾ ਤਾਂ ਚੰਗਾ ਭਲਾ ਹੈ, ਇਹ ਕੁੜੀ ਹੋਈ ਬਾਲੀ ਤੇਜ਼ ਹੋ ਗਈ ਹੈ, ਘਰੋਂ ਬਾਹਰ ਜਾਂਦੀ ਹੈ, ਇਹੀ ਹੁਣ ਬੜਾ ਟਰੈਕ ਤੋਂ ਉਤਰ ਗਈ ਹੈ। ਹਾਲਾਂਕਿ ਮੈਂ ਇਹੋ ਤੁਹਾਡੇ ਮੂੰਹ ਹੀ ਘੋਣਾ ਚਾਹਦੀ ਸੀ ਕਿ ਇਹ ਦੋਨਾਂ ਦੀ ਰਿਸਪੌਂਸਿਬਿਲਿਟੀ ਹੈ, ਦੋਨਾਂ ਦੀ। ਕਿਉਂਕਿ ਘਰ ਜਿਹੜਾ ਹੈ ਜਦੋਂ ਪਰਿਵਾਰ ਬੜਿਆ ਸਿਰਜਿਆ ਤੇ ਦੋਨਾਂ ਨੇ ਇਕੱਠਿਆਂ ਨੇ ਲਾਵਾਂ ਲਈਆਂ ਨੇ, ਚਾਹੇ ਉਹ ਅੱਗ ਦੇ ਦੁਆਲੇ ਲਈਆਂ ਨੇ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਜਾਂ ਕਿਸੇ ਤਰੀਕੇ ਨਾਲ ਲਿਆ, ਤਾਂ ਉਹਦੇ ਵਿੱਚ ਦੋਨਾਂ ਦੀ ਰਿਸਪੌਂਸਿਬਿਲਿਟੀ ਜਿਹੜੀ ਹੈ ਉਹ ਇੱਕੋ ਜਿਹੀ ਬਣਦੀ ਹੈ। ਤੇ ਤੁਹਾਡੇ ਮੂੰਹ ਸੁਣ ਕੇ ਮੈਨੂੰ ਹੋਰ ਵੀ ਜ਼ਿਆਦਾ ਤਸੱਲੀ ਹੋਈ ਹੈ, ਕਿਉਂਕਿ ਤੁਸੀਂ ਇੱਕ, ਮੈਂ ਕਹਿੰਦੀ ਹੁੰਦੀ ਹਾਂ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਮਾਈਲਸਟੋਨ ਹੁੰਦੀਆਂ ਨੇ ਜੀ, ਐਂਡ ਯੂ ਆਰ ਵਨ ਆਫ ਦੈਮ। ਕਿ ਉਹ ਨਾ, ਹਾਂ ਬਿਲਕੁਲ ਸਹੀ ਗੱਲ ਹੈ, ਇਹਦੇ ਚ ਕਹਿਣ ਚ ਕੋਈ ਗੁਰੇਜ਼ ਨਹੀਂ ਹੈ ਕਿ ਤੁਸੀਂ ਇੱਕ ਐਡੀ ਵੱਡੀ ਸਮਾਜਿਕ ਰਿਸਪੌਂਸਿਬਿਲਿਟੀ ਨਿਭਾ ਰਹੇ ਹੋ, ਜਿਹਦਾ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਸੁਪਨਾ ਲੈਂਦੇ ਨੇ ਕਿ ਬਈ ਮੈਂ ਉਹ ਕੰਮ ਕਰਨਾ ਹੈ। ਹੋ ਸਕਦਾ ਇਹਦੇ ਪਿੱਛੇ ਕੋਈ ਫਾਈਨੈਂਸ਼ੀਅਲ ਬੈਨੀਫਿਟ ਵੀ ਹੋਣ, ਆਈ ਡੋਂਟ ਨੋ, ਮੈਂ ਉਸ ਬਿੰਦੂ ਤੇ ਨਹੀਂ ਆਉਂਦੀ ਕਿ ਲੱਗੇ ਕਿ ਬਈ ਇਹ ਤਾਂ ਬਾਹਰਲੇ ਕੇਸ ਲੈਂਦੀ, ਇਹਨੂੰ ਪਤਾ ਨਹੀਂ ਕਿੰਨਾ ਕੁ ਜ਼ਿਆਦਾ ਫਾਇਦਾ ਹੁੰਦਾ, ਕੀ ਹੁੰਦਾ, ਬਟ ਉਹਦੇ ਨਾਲ ਤੁਹਾਡੀ ਖੇਚਲ ਵੀ ਤੇ ਜੁੜੀ ਹੋਈ ਹੈ ਨਾ ਤੁਹਾਡਾ। ਜਾਂਦੇ ਜਾਂਦੇ ਇੱਕ ਗੱਲ ਹੋਰ, ਉਹਦੇ ਬਿਨਾ ਤਾਂ ਇਦਾਰਾ ਚੱਲ ਹੀ ਨਹੀਂ ਸਕਦਾ। ਪਰ ਅਗਰ ਤੁਸੀਂ ਕਹੋ ਕਿ ਮੇਰਾ ਪ੍ਰਾਈਮ ਮੋਟਿਵ ਜਦੋਂ ਮੈਂ ਸ਼ੁਰੂ ਕੀਤਾ ਸੀ ਫਾਈਨੈਂਸ਼ੀਅਲ ਗੇਨ ਸੀ, ਤੇ ਨਹੀਂ ਸੀ। ਫਾਈਨੈਂਸ਼ੀਅਲ ਗੇਨ ਹਮੇਸ਼ਾ ਬਾਈ ਪ੍ਰੋਡਕਟ ਹੁੰਦਾ, ਮਨੀ ਹਮੇਸ਼ਾ ਬਾਈ ਪ੍ਰੋਡਕਟ ਹੁੰਦਾ ਹੈ ਤੁਹਾਡੇ ਮਿਸ਼ਨ ਦਾ। ਸੋ ਪੈਸੇ ਵੱਲ ਤਾਂ ਧਿਆਨ ਹੀ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ 100% ਸਰਵਿਸ ਦਿੰਦੇ ਹੋ, ਪੈਸਾ ਤਾਂ ਤੁਹਾਡੇ ਪਿੱਛੇ ਪਿੱਛੇ ਫਿਰਦਾ। ਬਿਲਕੁਲ ਜੀ। ਤੇ ਜਾਂਦੇ ਜਾਂਦੇ ਆਪਾਂ ਦੱਸ ਦਿਓ ਵੀ ਜਿਹਨੇ ਤੁਹਾਨੂੰ ਕੰਟੈਕਟ ਕਰਨਾ ਕੈਲਗਰੀ ਚ ਕਿੱਥੇ ਕਰੇ, ਜਾਂ ਬਾਕੀ ਤੁਹਾਡਾ ਆਫਿਸ ਜਿਹੜਾ ਉੱਥੋਂ ਦਾ, ਕਿਉਂਕਿ ਆਪਾਂ ਹੁਣ ਵਿਦਾ ਲੈ। ਕੈਲਗਰੀ ਚ ਪੂਰਾ ਆਫਿਸ ਹੈ, ਬਾਕੀ nrilegalservices.com ਵੈਬਸਾਈਟ ਹੈ ਜਿਹਦੇ ਤੇ ਸਾਰੇ ਐਡਰੈਸਸ ਨੇ, ਸਾਰੇ ਆਫਿਸਿਸ ਦੇ। ਔਰ ਇਵਨ ਅਗਰ ਤੁਸੀਂ ਕੁਐਰੀ ਵੀ ਭੇਜੋਗੇ, nrilegalservices.com ਉਹ ਵੈਬਸਾਈਟ ਤੇ ਅਗਰ ਤੁਸੀਂ ਕਿਤੇ ਵੀ ਕੁਐਰੀ ਭੇਜੋਗੇ, ਜਿੱਥੇ ਵੀ ਤੁਸੀਂ ਹੋਗੇ, ਕਲੋਜ਼ੈਸਟ ਆਫਿਸ ਜਿਹੜਾ ਵੀ ਤੁਹਾਡਾ ਹੋਏਗਾ, ਉਹਦੇ ਨਾਲ ਤੁਹਾਡੀ ਸੰਪਰਕ ਅਸੀਂ ਐਸਟੈਬਲਿਸ਼ ਕਰਾ ਦਾਂਗੇ। ਕੋਈ ਪ੍ਰੋਬਲਮ ਨਹੀਂ ਹੈ, ਬਹੁਤ ਜਲਦੀ ਅਸੀਂ ਜਵਾਬ ਦੇਵਾਂਗੇ। ਥੈਂਕ ਯੂ ਵੈਰੀ ਮਚ ਨਿਧੀ, ਤੁਸੀਂ ਸਮਾਂ ਕੱਢਿਆ ਆਪਣੇ ਬਹੁਤ ਹੀ ਰੁਝੇਵਿਆਂ ਦੇ ਵਿੱਚੋਂ। ਮਿਹਰਬਾਨੀ, ਤੁਸੀਂ ਸਾਡੇ ਇੱਥੇ ਆਏ। ਥੈਂਕ ਯੂ, ਔਰ ਮੈਨੂੰ ਬਹੁਤ ਮਜ਼ਾ ਆਇਆ, ਮੇਰਾ ਇਹ ਫੇਵਰੇਟ ਟੌਪਿਕ ਹੈ। ਬਿਲਕੁਲ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਸਾਡੇ ਨਾਲ ਨਿਧੀ ਸਿੰਘ, ਜਿਹੜੇ ਕਿ NRIs ਨੂੰ ਲੀਗਲ ਸਰਵਿਸਿਜ਼ ਪ੍ਰੋਵਾਈਡ ਕਰਾਉਂਦੇ ਨੇ। ਬਹੁਤ ਖੂਬਸੂਰਤ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਕਦੇ ਮੌਕਾ ਲੱਗਾ ਤੇ ਫਿਰ ਅਸੀਂ ਇਹਨਾਂ ਦੀ ਜਾਣਕਾਰੀ ਜਿਹੜੀ ਹੈ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਵਾਂਗੇ। ਸੋ ਲੈਣੇ ਛੁੱਟੀ, ਵੇਖਦੇ ਰਹੋ ਪੰਜਾਬੀ ਨੈਸ਼ਨਲ TV। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।